ਹੈਲੋ ਦੋਸਤੋ, ਮੈਂ ਹਾਂ ਅੰਕਿਤ ਸਿੰਘ ਰਾਣਾ ਤੇ ਪ੍ਰਤਾਪ ਅਕੈਡਮੀ ਦੇ ਆਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਆਪਣੇ ਸੰਵਿਧਾਨ ਦੀ ਵੀਡੀਓ ਸੀਰੀਜ਼ ਦਾ 7ਵਾਂ ਭਾਗ ਕਰਾਂਗੇ। ਠੀਕ ਹੈ, ਇਸ ਤੋਂ ਪਹਿਲਾਂ 6 ਭਾਗ ਹੋ ਚੁੱਕੇ ਨੇ। ਜੇ ਤੁਸੀਂ ਉਹ ਭਾਗ ਨਹੀਂ ਵੇਖੇ ਤਾਂ ਤੁਸੀਂ ਚੈਨਲ ਤੇ ਜਾ ਕੇ ਸੰਵਿਧਾਨ ਦੀ ਮੈਂ ਇੱਕ ਅਲੱਗ ਤੋਂ ਪਲੇਲਿਸਟ ਬਣਾਈ ਹੋਈ ਹੈ ਸੰਵਿਧਾਨ ਦੇ ਨਾਂ ਤੋਂ ਹੀ। ਠੀਕ ਹੈ, ਤੁਸੀਂ ਪਹਿਲਾਂ ਉਹ ਵੀਡੀਓ ਲੈਕਚਰਸ ਦੇਖੋ, ਤਦ ਹੀ ਤੁਹਾਨੂੰ ਇਹ ਅੱਜ ਵਾਲਾ ਜਿਹੜਾ ਲੈਕਚਰ ਹੈ 7ਵਾਂ ਲੈਕਚਰ ਹੈ ਇਹ ਸਮਝ ਆਊਗਾ। ਠੀਕ ਹੈ ਬਾਈ, ਤੇ ਅੱਜ ਆਪਾਂ ਸ਼ੁਰੂ ਕਰਾਂਗੇ ਸੰਵਿਧਾਨ ਦਾ ਭਾਗ 5ਵਾਂ। ਠੀਕ ਹੈ, ਤੇ ਇਸਦੇ ਵਿੱਚ ਆਪਾਂ ਡਿਸਕਸ ਕਰਾਂਗੇ ਪ੍ਰੈਜ਼ੀਡੈਂਟ ਨੂੰ। ਠੀਕ ਹੈ, ਤੇ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ। ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਹੋ ਬਈ, ਇਹ ਸਾਡਾ ਇੰਸਟਾਗ੍ਰਾਮ ਅਕਾਊਂਟ ਹੈ। ਠੀਕ ਹੈ, ਤੇ ਟੈਲੀਗ੍ਰਾਮ ਦਾ ਅਕਾਊਂਟ ਹੈ ਜਿਹੜਾ, ਉਹਦਾ ਲਿੰਕ ਮੈਂ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਦੇ ਦਿੱਤਾ ਹੈ। ਤੁਸੀਂ ਉੱਥੋਂ ਟੈਲੀਗ੍ਰਾਮ ਨੂੰ ਵੀ ਤੇ ਸਾਡੇ ਇੰਸਟਾਗ੍ਰਾਮ ਨੂੰ ਵੀ ਦੋਨਾਂ ਨਾਲ ਜੁੜ ਸਕਦੇ ਹੋ। ਠੀਕ ਹੈ, ਤਾਂ ਆਪਾਂ ਸ਼ੁਰੂ ਕਰਦੇ ਨੇ ਭਾਗ 5ਵਾਂ। ਇਸ ਤੋਂ ਪਹਿਲਾਂ ਆਪਾਂ ਨੇ 4 ਭਾਗ ਕਰ ਲਏ ਨੇ ਬਈ ਸੰਵਿਧਾਨ ਦੇ। ਠੀਕ ਹੈ, ਇਹ ਭਾਗ 5ਵਾਂ ਹੈ ਜਿਹਦਾ ਨਾਂ ਹੈ ਯੂਨੀਅਨ। ਠੀਕ ਹੈ ਨਾ, ਇਹਦੇ 'ਚ ਆਪਾਂ ਯੂਨੀਅਨ ਗੌਰਮੈਂਟ ਹੈ ਜਿਹੜੀ ਆਪਣੀ ਸੈਂਟਰ ਦੀ ਸਰਕਾਰ ਹੈ ਨਾ, ਉਹਨੂੰ ਡਿਸਕਸ ਕਰਾਂਗੇ। ਠੀਕ ਹੈ, ਸੰਘ ਕਾਰਜਪਾਲਿਕਾ ਯਾਨੀ ਕਿ ਸੰਘ ਕਿੱਦਾਂ ਕੰਮ ਕਰਦਾ। ਠੀਕ ਹੈ, ਉਹ ਸਾਰਾ ਕੁਝ ਡਿਸਕਸ ਕਰਾਂਗੇ। ਇਹ ਅਨੁਛੇਦ 52 ਤੋਂ ਲੈ ਕੇ 151 ਤੱਕ ਹੈ। ਠੀਕ ਹੈ, ਤੇ ਇਹ ਸਭ ਤੋਂ ਵੱਡਾ ਭਾਗ ਹੈ ਆਪਣੇ ਸੰਵਿਧਾਨ ਦਾ। ਠੀਕ ਹੈ, ਇਹ ਪੁਆਇੰਟ ਵੀ ਤੁਸੀਂ ਯਾਦ ਰੱਖਣਾ ਹੈ। ਆਪਾਂ ਸ਼ੁਰੂ ਕਰਦੇ ਹਾਂ। ਇਹਦੇ ਵਿੱਚ ਨਾ ਕਈ ਚੈਪਟਰ ਨੇ। ਜਿਹੜਾ ਆਪਣਾ ਭਾਗ 5ਵਾਂ, ਇਹਦੇ 'ਚ ਕਈ ਚੈਪਟਰ ਨੇ। ਜਿਹੜਾ ਪਹਿਲਾ ਚੈਪਟਰ ਹੈ ਉਹ ਹੈ ਐਗਜ਼ੀਕਿਊਟਿਵਸ। ਠੀਕ ਹੈ, ਉਹ ਕੀ ਹੈ? ਐਗਜ਼ੀਕਿਊਟਿਵ ਯਾਨੀ ਕਾਰਜਪਾਲਿਕਾ 52 ਤੋਂ 78 ਤੱਕ ਹੈ। ਹਾਲਾਂਕਿ ਇਹ ਯਾਦ ਰੱਖਣ ਦੀ ਕੋਈ ਲੋੜ ਹੈ ਨਹੀਂ ਬਾਈ। ਠੀਕ ਹੈ ਨਾ, ਇਹਦੇ 'ਚ ਮੇਨ ਟੌਪਿਕ ਨੇ। ਜਿਵੇਂ ਆਪਣਾ ਸੈਂਟਰ ਦੀ ਸਰਕਾਰ ਹੈ, ਉਹਦੇ 'ਚ ਕੀ ਮਤਲਬ ਕੰਮ ਹੁੰਦਾ ਹੈ ਨਾ, ਕਿੱਦਾਂ ਸੈਂਟਰ ਦੀ ਸਰਕਾਰ ਹੈ ਜਿਹੜੀ ਉਹ ਕੰਮ ਕਰਦੀ ਹੈ, ਕੀ ਫੰਕਸ਼ਨਿੰਗ ਨੇ। ਠੀਕ ਹੈ, ਉਹ ਸਾਰਾ ਕੁਛ ਹੈ। ਤੇ ਇਹਦੇ 'ਚ ਆਪਾਂ ਮੇਨ ਜਿਹੜੇ ਟੌਪਿਕ ਨੇ ਉਹੀ ਡਿਸਕਸ ਕਰਾਂਗੇ। ਜਿਵੇਂ ਪ੍ਰੈਜ਼ੀਡੈਂਟ ਹੋ ਗਿਆ, ਇੱਕ ਆਪਾਂ ਪ੍ਰੈਜ਼ੀਡੈਂਟ ਨੂੰ ਪੜ੍ਹਨਾ ਹੈ ਨਾ, ਵਾਈਸ ਪ੍ਰੈਜ਼ੀਡੈਂਟ ਨੂੰ ਵੀ ਆਪਾਂ ਪੜ੍ਹਾਂਗੇ, ਪ੍ਰਾਈਮ ਮਿਨਿਸਟਰ ਪੜ੍ਹਾਂਗੇ, ਤੇ ਕਾਉਂਸਿਲ ਆਫ ਮਿਨਿਸਟਰਸ ਪੜ੍ਹਾਂਗੇ। ਠੀਕ ਹੈ ਨਾ, ਸੁਪਰੀਮ ਕੋਰਟ ਵੀ ਇਹਦੇ ਵਿੱਚ ਹੀ ਹੈ, ਸੁਪਰੀਮ ਕੋਰਟ ਪੜ੍ਹਾਂਗੇ। ਤੇ ਹੋਰ ਕਈ ਜਿਵੇਂ ਅਟੋਰਨੀ ਜਨਰਲ ਆਫ ਇੰਡੀਆ ਹੋ ਗਿਆ ਹੈ ਨਾ, ਤੇ ਕੈਗ ਹੋ ਗਿਆ। ਇੱਦਾਂ ਕਰਕੇ ਕਾਫੀ ਟੌਪਿਕ ਨੇ, ਉਹ ਸਾਰੇ ਆਪਾਂ ਇਹਦੇ 'ਚ ਕਵਰ ਕਰਾਂਗੇ। ਅੱਜ ਤਾਂ ਆਪਾਂ ਸਿਰਫ ਪ੍ਰੈਜ਼ੀਡੈਂਟ ਬਾਰੇ ਹੀ ਪੜ੍ਹਾਂਗੇ। ਨੈਕਸਟ ਭਾਗ 'ਚ ਆਪਾਂ ਵਾਈਸ ਪ੍ਰੈਜ਼ੀਡੈਂਟ ਤੇ ਪ੍ਰਾਈਮ ਮਿਨਿਸਟਰ, ਇੱਦਾਂ ਕਰਕੇ ਇਹਨੂੰ ਆਪਾਂ ਛੇਤੀ ਤੋਂ ਛੇਤੀ ਕਵਰ ਕਰਾਂਗੇ ਸਾਰੇ ਨੂੰ, ਹੈ ਨਾ। ਤਾਂ ਪਹਿਲਾਂ ਮੇਨ ਜਿਹੇ ਆਰਟੀਕਲ ਆਪਾਂ ਦੇਖ ਲੈਂਦੇ ਆ ਜਿਹੜੇ ਸਭ ਤੋਂ ਜ਼ਿਆਦਾ ਜ਼ਰੂਰੀ ਨੇ ਪ੍ਰੈਜ਼ੀਡੈਂਟ ਤੋਂ ਰਿਲੇਟਡ ਯਾਦ ਰੱਖਣੇ। ਇੱਕ ਹੋ ਗਿਆ ਆਰਟੀਕਲ 52। ਆਰਟੀਕਲ 52 ਕੀ ਕਹਿ ਰਿਹਾ ਬਈ? ਆਰਟੀਕਲ 52 ਸਿੰਪਲ ਜੀ ਗੱਲ ਕਹਿ ਰਿਹਾ ਕਿ ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ। ਦੇਅਰ ਸ਼ੈਲ ਬੀ ਅ ਪ੍ਰੈਜ਼ੀਡੈਂਟ ਆਫ ਇੰਡੀਆ। ਠੀਕ ਹੈ, ਤਾਂ ਜੇ ਤੁਹਾਨੂੰ ਕੁਐਸਚਨ ਆਵੇ ਕਿ ਰਾਸ਼ਟਰਪਤੀ ਕਿਹੜੇ ਅਨੁਛੇਦ ਵਿੱਚ ਹੈ, ਤਾਂ ਬਈ ਸਭ ਤੋਂ ਪਹਿਲਾ ਅਨੁਛੇਦ 52 ਹੈ ਜਿਹਦੇ ਵਿੱਚ ਰਾਸ਼ਟਰਪਤੀ ਦਾ ਜ਼ਿਕਰ ਆਉਂਦਾ ਹੈ। ਰਾਸ਼ਟਰਪਤੀ ਹੋਵੇਗਾ ਭਾਰਤ ਦਾ ਇੱਕ, ਹੈ ਨਾ। ਇਹ ਸਾਨੂੰ ਕਿੱਥੋਂ ਪਤਾ ਲੱਗਦਾ ਹੈ? ਇਹ ਆਰਟੀਕਲ 52 ਤੋਂ ਪਤਾ ਲੱਗਦਾ ਹੈ। ਠੀਕ ਹੈ, ਨੈਕਸਟ ਹੈ ਬਈ ਆਰਟੀਕਲ 53। ਇਹ ਕੀ ਕਹਿ ਰਿਹਾ ਬਈ? ਇਹ ਕਹਿ ਰਿਹਾ ਕਿ ਜਿਹੜਾ ਰਾਸ਼ਟਰਪਤੀ ਹੈ ਨਾ, ਉਹ ਭਾਰਤ ਦੇ ਸੰਘ ਦਾ, ਮਤਲਬ ਆਪਣੀ ਜਿਹੜੀ ਇੰਡੀਅਨ ਯੂਨੀਅਨ ਹੈ, ਆਪਣਾ ਭਾਰਤ ਦੇਸ਼ ਹੈ, ਉਹਦਾ ਐਗਜ਼ੀਕਿਊਟਿਵ ਹੈੱਡ ਹੋਵੇਗਾ, ਕਾਰਜਕਾਰੀ ਪ੍ਰਮੁੱਖ। ਠੀਕ ਹੈ ਨਾ, ਜਾਂ ਕਾਰਜਕਾਰੀ ਮੁਖੀ ਹੋਵੇਗਾ। ਇਹ ਬਈ ਡਾਇਰੈਕਟ ਕੁਐਸਚਨ ਆਉਂਦਾ ਹੈ ਕਿ ਭਾਰਤ ਦਾ ਐਗਜ਼ੀਕਿਊਟਿਵ ਹੈੱਡ ਕੌਣ ਹੈ? ਭਾਰਤ ਦੇ ਸੰਘ ਦਾ ਕਾਰਜਕਾਰੀ ਪ੍ਰਮੁੱਖ ਜਾਂ ਕਾਰਜਕਾਰੀ ਮੁਖੀ ਕੌਣ ਹੈ? ਠੀਕ ਹੈ ਨਾ, ਤਾਂ ਉਹ ਕੌਣ ਹੈ ਬਈ? ਪ੍ਰੈਜ਼ੀਡੈਂਟ ਹੈ। ਠੀਕ ਹੈ, ਨੈਕਸਟ ਹੈ ਬਈ ਆਰਟੀਕਲ 54। ਇਹ ਕੀ ਕਹਿ ਰਿਹਾ? ਤਾਂ ਆਰਟੀਕਲ 54 ਕਹਿ ਰਿਹਾ ਹੈ ਇਲੈਕਸ਼ਨ ਆਫ ਪ੍ਰੈਜ਼ੀਡੈਂਟ, ਹੈ ਨਾ। ਰਾਸ਼ਟਰਪਤੀ ਦਾ ਜਿਹੜਾ ਇਲੈਕਸ਼ਨ ਹੈ ਉਹਦੀ ਸਾਰੀ ਡਿਟੇਲ ਸਾਨੂੰ ਕਿੱਥੇ ਮਿਲੂਗੀ? 54 ਦੇ ਵਿੱਚ। ਠੀਕ ਹੈ ਨਾ, ਤੇ ਉਹਦੇ ਤਰੀਕੇ, ਹੈ ਨਾ, ਇਹ ਵੀ ਇਲੈਕਸ਼ਨ ਦੇ ਨਾਲ ਹੀ ਰਿਲੇਟਡ ਹੈ। ਆਰਟੀਕਲ 55 ਇਹ ਵੀ ਯਾਦ ਰੱਖ ਸਕਦੇ ਹੋ। ਰਾਸ਼ਟਰਪਤੀ ਦਾ ਜੇ ਇਲੈਕਸ਼ਨ ਪੁੱਛਿਆ ਜਾਵੇ ਤਾਂ ਉਹ 54, ਇਲੈਕਸ਼ਨ ਦਾ ਢੰਗ ਪੁੱਛਿਆ ਜਾਵੇ ਤਾਂ 55, ਹੈ ਨਾ। ਹਾਲਾਂਕਿ ਇਹ ਇੰਨਾ ਆਉਂਦਾ ਨਹੀਂ ਜਿੰਨਾ ਇਹ ਵਾਲਾ ਪੁੱਛਿਆ ਜਾਂਦਾ ਹੈ ਨਾ। ਠੀਕ ਹੈ ਜੀ, ਉਸ ਤੋਂ ਬਾਅਦ ਰਾਸ਼ਟਰਪਤੀ ਦਾ ਕਾਰਜਕਾਲ ਤੇ ਹੋਰ ਡਿਟੇਲ ਇਹ 56 ਦੇ ਵਿੱਚ ਹੈ ਬਈ। ਤੇ ਕੁਆਲੀਫਿਕੇਸ਼ਨ ਕੀ ਚਾਹੀਦੇ ਨੇ ਰਾਸ਼ਟਰਪਤੀ ਵਾਸਤੇ, ਇੱਕ ਰਾਸ਼ਟਰਪਤੀ ਬਣਨ ਵਾਸਤੇ ਕੀ ਯੋਗਤਾ ਨੇ, ਹੈ ਨਾ, ਉਹ ਸਾਰਾ ਆਰਟੀਕਲ 58 ਦੇ ਵਿੱਚ ਹੈ। ਰਾਸ਼ਟਰਪਤੀ ਦੀ ਜਿਹੜੀ ਸਹੁੰ ਹੈ, ਔਥ ਜਿਹੜੀ ਉਹ ਲੈਂਦਾ ਸ਼ਪਥ, ਉਹ 60 ਦੇ ਵਿੱਚ ਹੈ। ਇੰਪੀਚਮੈਂਟ ਹੈ ਜਿਹੜਾ ਰਾਸ਼ਟਰਪਤੀ ਦਾ ਮਹਾਭਿਯੋਗ ਜਾਂ ਮਹਾਦੋਸ਼, ਹੈ ਨਾ, ਉਹ ਹੁੰਦਾ ਹੈ ਆਰਟੀਕਲ 61 ਦੇ ਵਿੱਚ। ਇੰਪੀਚਮੈਂਟ ਦਾ ਜਾਂ ਮਹਾਭਿਯੋਗ ਦਾ ਜਾਂ ਮਹਾਦੋਸ਼ ਦਾ ਮਤਲਬ ਹੈ ਰਾਸ਼ਟਰਪਤੀ ਨੂੰ ਉਹਦੀ ਪੋਸਟ ਤੋਂ ਹਟਾਉਣਾ। ਠੀਕ ਹੈ ਨਾ, ਰਾਸ਼ਟਰਪਤੀ ਨੂੰ ਬਰਖਾਸਤ ਕਰਨਾ। ਠੀਕ ਹੈ ਨਾ, ਟਰਮੀਨੇਟ ਕਰਨਾ, ਸਮਝਿਓ, ਉਹਨੂੰ ਕਹਿੰਦੇ ਆਪਾਂ ਇੰਪੀਚਮੈਂਟ। ਇਹ ਆਰਟੀਕਲ 61 ਦੇ ਵਿੱਚ ਹੈ ਬਈ। ਠੀਕ ਹੈ, ਡਾਇਰੈਕਟ ਕੁਐਸਚਨ ਆਉਂਦਾ, ਸੁਪਰ ਇੰਪੋਰਟੈਂਟ ਹੈ, ਯਾਦ ਰੱਖਣਾ। ਤੇ ਇੱਕ ਹੋਰ ਇੰਪੋਰਟੈਂਟ ਹੈ ਬਈ ਆਰਟੀਕਲ 72। ਆਰਟੀਕਲ 72 ਦੇ ਵਿੱਚ ਹੈ ਰਾਸ਼ਟਰਪਤੀ ਦੀ ਮਾਫ ਕਰਨ ਦੀ ਸ਼ਕਤੀਆਂ, ਮਾਫ ਕਰਨ ਦੀ, ਹੈ ਨਾ, ਜਿਹੜੀ ਪਾਰਡਨਿੰਗ ਪਾਵਰਸ ਨੇ ਰਾਸ਼ਟਰਪਤੀ ਦੀਆਂ, ਉਹ 72 ਦੇ ਵਿੱਚ ਨੇ। ਇਹ ਵੀ ਸੁਪਰ ਇੰਪੋਰਟੈਂਟ ਹੈ, ਇਹ ਵੀ ਯਾਦ ਰੱਖਣੇ। ਇਸ ਤੋਂ ਇਲਾਵਾ ਕੋਈ ਹੋਰ ਵੀ ਨੇ। ਠੀਕ ਹੈ ਨਾ, ਆਰਟੀਕਲ ਉਹ ਵੀ ਆਪਾਂ ਅੱਗੇ ਦੇਖਾਂਗੇ ਵੀਡੀਓ ਦੇ ਵਿੱਚ। ਪਰ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਸੀਗੇ ਬਈ ਤੁਹਾਡੇ ਨਾਲ ਡਿਸਕਸ ਕਰਨੇ। ਇਹਦਾ ਤੁਸੀਂ ਸਕਰੀਨਸ਼ਾਟ ਲੈ ਲਿਓ ਤੇ ਇਹਨੂੰ ਐਜ਼ ਇਟ ਇਜ਼ ਯਾਦ ਕਰ ਲਿਓ। ਠੀਕ ਹੈ,
बाकी जिहड़ी होर डिटेल है हुण आपां डिस्कस करते हैं। जिवें सब तो पहलां अपना राष्ट्रपति हो गया है ना। हुण राष्ट्रपति के बारे कई पॉइंट अपने इदां ही याद रखने हैं बई कि जिवें जे तुहानूं पूछा जाए कि फस्ट सिटीजन ऑफ इंडिया कौन है ना, इदां करके क्वेश्चन आ गया फस्ट सिटीजन ऑफ इंडिया कौन है, यानी भारत का पहला नागरिक, प्रथम नागरिक है ना कौन है, तो प्रेजिडेंट हुंदा है बई। ठीक है, प्रेजिडेंट हुंदा है, ये भी याद रखना है। तो फिर जे इदां करके क्वेश्चन आ जाए कि जिहड़ी अपनी इंडियन फोर्सिस ने है ना, आर्मड फोर्सिस ने, इंडियन फोर्सिस दा सुप्रीम कमांडर का मतलब है सर्वोच्च सेनापति। ठीक है ना, सुप्रीम कमांडर का मतलब की है, सुप्रीम कमांडर का मतलब है भी सर्वोच्च सेनापति, तो वह कौन है, वह भी प्रेजिडेंट है। ठीक है ना, अपनी जी 3 सेनावां ने है ना, तुहानूं पता अपने को 3 सेनावां ने, एक इंडियन आर्मी होगी, एयरफोर्स होगी, नेवी होगी है ना। इन्हां तीनों का सुप्रीम कमांडर है जिहड़ा वो कौन है, प्रेजिडेंट है, सर्वोच्च सेनापति। ठीक है, क्लीयर है बई, ये पॉइंट तुसीं याद रखने हैं। इस तो इलावा ये पता ही आपां नूं है ना, जिहड़ा एग्जीक्यूटिव हैड है इंडिया का वो कौन है, प्रेजिडेंट है। ठीक है, बाकी प्रेजिडेंट बारे आपां होर देख लैंदे आ पॉइंट, जिवें भारत का पहला प्रेजिडेंट कौन सी, डॉक्टर राजेंद्र प्रसाद है ना, ये फस्ट प्रेजिडेंट सीगा इंडिया का। बाकी ये तो चलो आप अगर भी डिस्कस करनी है ना, इन्ने पॉइंट तुसीं याद रखियो, फस्ट सिटीजन ऑफ इंडिया कौन है, तो सुप्रीम कमांडर कौन है ना, इदां करके। हुण देखते हैं भी आर्टिकल 54, इनू आप डिटेल च पढ़ांगे थोड़ा जा। आर्टिकल 54 च की है, इलैक्शन ऑफ प्रेजिडेंट, यानी राष्ट्रपति का जिहड़ा चुनाव हुंदा है वो है ना। तो राष्ट्रपति का जिहड़ा चुनाव हुंदा है वो इहदे बारे तुसीं की याद रखना है, सब तो जिहड़ी मेन गल है वो इहदा निर्वाचक मंडल है। जिहड़ा निर्वाचक मंडल की है, जिन्हों आप इंग्लिश की कहते हैं इलैक्टोरल कॉलेज, इलैक्टोरल कॉलेज मतलब कि जिहड़ा राष्ट्रपति का इलैक्शन हुंदा उहदे च कौन कौन वोट करता है ना, वो सारा कुछ की हुंदा है इलैक्टोरल कॉलेज उसनूं बोले जाता है ना, इलैक्ट्रिकल कॉलेज उसनूं बोले जाता है। तो जे आपां गल करिए राष्ट्रपति के इलैक्शन की या राष्ट्रपति के चुनाव की, तो राष्ट्रपति के चुनाव के विच वोट कौन कौन कर सकता है, देखो जनता तो वोट करती नहीं बई, सिंपल जी गल है। तो राष्ट्रपति का जिहड़ा इलैक्शन है वो किहो जिहा हो गया, फिर वो हो गया भाई इनडायरैक्ट इलैक्शन। ठीक है ना, वो किहो जिहा हो गया, इनडायरैक्ट इलैक्शन हो गया, यानी जनता उहदे च की है वोट नहीं कर रही। ठीक है, इनडायरैक्ट इलैक्शन है। तो फिर वोट कौन करता, देखो अपने कोल ना एक तो पार्लीमेंट है, जे आपां गल कर रही है पार्लीमेंट, चलो मैं तुहानूं इत्थे बेसिक जिहा क्लीयर करदा। पार्लीमेंट च 2 हाउस हुंदे ने, जिहड़ा बड़े वाला हाउस है उन्होंने राज्य सभा कहते हैं, जिहड़ा छोटे वाला है उन्होंने लोक सभा कहते हैं। ठीक है ना, राज्य सभा दे विच वैसे आपां ने ये पूरी डिटेल च अगे करने हैं, राज्य सभा लोक सभा। ठीक है ना, बस मैं तुहानूं इदां ही दस रहा इस वीडियो च थोड़ा जिहा शॉर्ट करके। राज्य सभा दे विच 245 मैंबर ने है ना, तो लोक सभा दे विच 545 मैंबर। एट प्रेजेंट की गल कर रहा है, वैसे मैक्सीमम इत्थे 250 हो सकते हैं, इत्थे मैक्सीमम 552 हो सकते हैं, बट एट प्रेजेंट 545 ते 245 ते 545 ने। जिहड़ा मैंबर हुंदा पार्लीमेंट का है ना, मैंबर ऑफ पार्लीमेंट, उन्होंने आपां कहंदे ने MP, की कहंदे ने आपां MP, मैंबर ऑफ पार्लीमेंट, MP इंग्लिश कहंदे ने। ते पार्लीमेंट नूं हिंदी च आपां की बोलते हैं, पंजाबी च संसद। ठीक है, तो संसद के मैंबर नूं आपां बोलते हैं सांसद। ठीक है, यानी कि अपने कोल किन्ने सांसद ने, 245 ए हो गए, 545 ए हो गए, 5 ते 5 10 9 ते 7 है ना, 790। ठीक है जी, ये हो गए सांसद सारे देश के। ठीक है, इस तो इलावा जे आपां स्टेटां की गल करिए, स्टेटां च की हुंदी है, स्टेटां च पार्लीमेंट तो हुंदी नहीं, स्टेटां च हुंदी है विधान सभा। स्टेटां च की हुंदी है, जे आपां स्टेट की गल करिए राज्यां च विधान सभा हुंदी है ना। विधान सभा नूं आपां इंग्लिश च बोलते हैं लैजिसलेटिव असैंबली, लैजिसलेटिव असैंबली। हर एक स्टेट की अपनी अलग अलग होंगी है। ठीक है ना, तो जोड़ा मैंबर होगा विधान सभा का लैजिसलेटिव असैंबली का, उन्होंने आप की कहेंगे मैंबर ऑफ लैजिसलेटिव असैंबली, यानी MLA है ना, MLA। तो हिंदी या पंजाबी च आप कहेंगे विधायक, विधायक है ना, या ऐसा लिख लो विधायक, विधायक। ठीक है,
विधायक हर एक स्टेट के अपने अलग अलग होंगे है ना, कोई छोटी स्टेटा के घट MLA ने, बड़ी स्टेटा ज़्यादा MLA होंगे। ये तो सारा कुछ आबादी पर डिपेंड करता बई है ना। जो आप पंजाब की गल करिए, पंजाब 117 MLA ने, जो आप अपने पड़ोसी हरियाणे में वेखिए 90 MLA ने है ना। इदा करके पूरे देश अलग अलग MLA ने। तो जो राष्ट्रपति का चुनाव होंदा है ना, इलैक्शन होंदा, तो देश के सारे MLA ते सारे MP वोट करते हैं। बट इतने ध्यान नाल वेखो अपने लिखे की है, इलैक्टेड मैंबरस ऑफ बोथ हाउसिस ऑफ पार्लीमेंट, यानी संसद के दोवां सदनों के चुने हुए मैंबर, यानी संसद ये होगी पार्लीमेंट, दोवें सदन कौन से हो गए वे, राज्य सभा ते लोक सभा, चुने हुए मैंबर। ठीक है ना, ये पॉइंट थोड़ा जिहा क्लीयर रखियो, चुने हुए मैंबर। ठीक है ना, बाद च मैं तुहानूं दसूँ भी चुने हुए किहड़े हुंदे ने ते मैंबर किहड़े हुंदे ने। नैक्सट है बई इलैक्टेड मैंबरस ऑफ लैजिसलेटिव असैंबलीज ऑफ द स्टेट, यानी राज दियाँ विधान सभावां दे चुने हुए मैंबर, यानी हर एक राज की अपनी विधान सभा होगी है ना, पंजाब की, हरियाणे की, इन्हां दे चुने हुए मैंबर यानी MLA की गल हो रही है। इत्थे MP की गल हो रही सी, इत्थे MLA की गल हो रही है। ये तो स्टेटां दे राज्यां दे है ना, पर कई यूटियां भी ने, कई यूटियां दे विच भी तो MLA हैगे ने, जिवें दिल्ली है ते पुडुचेरी है ना। अपने कोल 8 यूटियां ने बई है ना। 8 यूटियां चो ना जे आपां एट प्रेजेंट देखिए, सिर्फ दिल्ली ते पुडुचेरी च MLA ने, बाकी किसी च MLA नहीं होंदे। तुसीं सुणिआ चंडीगढ़ च कोई MLA है ना, चंडीगढ़ च कोई MLA नहीं हैगा। ठीक है ना, तो इन्हां दे भी MLA चुने हुए, ठीक है ना, चुने हुए MLA ये सारे वोट करते हैं। यानी अपने इंडिया के जिथे भी स्टेट च MLA है वो MLA हो गए, तो जिहड़ी भी यूटी च MLA है वो MLA हो गए सारे। ठीक है, तो अपने जिन्ने भी सांसद ने वो सारे चुने हुए, वो सारे वोट करते हैं बई। ठीक है ना, हुण चुने हुए वर्ड ते आपां आंदे आ। देखो जिवें ये अपनी लोक सभा है ना, लोक सभा च 545 मैंबर ने, बट इन्हां चों ना जे आपां देखिए सिर्फ 543 अजिहे ने, सिर्फ तो नहीं कह सकते, ज़्यादा ही हो गया ना, सिर्फ तो 2 इधर आऊगा। तो 543 जिहड़े बंदे ने ये चुने हुए ने, इलैक्टेड ने, ये जनता ने वोट पा के इन्हां नूं जिता के भेजिया हुआ, वो MLA ने, वो वाले MP ने, ये 543। 2 ये जिहड़े ने ना, इन्हां नूं राष्ट्रपति ने अपनी इच्छा नाल भेजिया, तो ये जनता ने थोड़ी चुनिया। सही गल है ना, इन्होंने जनता ने थोड़ी चुनिया, इनू तो राष्ट्रपति ने अपनी इच्छा नाल भेजा ये 2 मैंबरां नूं। ते चुने हुए किन्ने ने 543, ये वोट पाणगे, ये वाले नहीं पाणगे बई, ओ यार रुक जा। ठीक है ना, तो ये वाले वोट पाणगे बई, ये वाले नहीं वोट पाणगे। ठीक है, इदां ही राज्य सभा है। जब आप राज्य सभा च देखिए 545 ने ना, 545 चो 12 मैंबर अजिहे होंदे ने जिन्होंने राष्ट्रपति अपनी इच्छा नाल भेजदा है, बिना इलैक्शन कराए डायरैक्ट भेज दिंदा है। ये डिटेल आपां अगे पढ़ांगे जदों अपने राज्य सभा पढ़नी है, लोक सभा पढ़नी है, कि क्यों भेजदा है, किहड़े आर्टिकल नाल भेजदा, किहड़े मैंबरां नूं भेज सकदा, किहनूं नहीं भेज सकदा, वो डिटेल आपां अगे पढ़ांगे। तो समझ गए हो तुसीं, यानी कुछ मैंबर इलैक्टेड होंदे ने यानी चुने हुए, तो कुछ मैंबर होंदे ने नोमीनेटेड, जिन्हां नूं इदां ही नामांकित करता उन्हां दा है ना, नोमीनेट करता राष्ट्रपति ने। तो जिहड़े नोमीनेट मैंबर होंदे ने ना, वो वोट नहीं पा सकते बई। ठीक है, समझो गल, वोट कौन पाऊगा, जिन्हों जनता ने चुनिया, तो चाहे फिर वो पार्लीमेंट होवे, चाहे वो स्टेटां होण, चाहे वो यूटियां होण, इन्हां सारिਆਂ दे चुने हुए मैंबर, जनता द्वारा चुने हुए इलैक्टेड मैंबर ही वोट पाते हैं। ये है राष्ट्रपति का निर्वाचक मंडल, इलैक्टोरल कॉलेज। क्लीयर है बई। ठीक है, ये आर्टिकल 54 दे विच है। हुण ये भी नहीं हैगा बई कि एक जिवें एक MLA ने वोट पाई है तो एक MP ने वोट पाई है ना, इन्हां दी एक वोट नहीं हुंदी। इन्हां दे पिछे क्योंकि देखो जनता ने वोट तो पाई नहीं, बट एक MLA दे पिछे ना काफ़ी वोटां हुंदियां ने, एक MLA पिछे है ना। नहीं समझ आया, कोई गल नहीं, आप अगे चलते हैं, देखो अगे समझ आ जाऊगा। इलैक्शन ऑफ प्रेजिडेंट है ना, देखो हर एक MLA की ना एक अपनी वोट वैल्यू होंदी है। ठीक है, तो हर एक MP की भी अपनी वोट वैल्यू होंदी है। जे आप MLA की गल करिए है ना, MLA की वोट वैल्यू का की हिसाब किताब है, जिमें अपना इंडिया है बई है ना, हर एक स्टेट के विच अलग अलग आबादी है। ठीक है, हालांकि ये टॉपिक ना इन्ना इंपोर्टेंट है नहीं, बट फिर भी मैं थोनों करा रहा है ताकि थानू अगे जो कोई नैक्सट एग्जाम वगैरह की कोई तैयारी करनी पवे ना, तो थानू बढ़िया समझ आ जाए है ना। कॉन्स्टेबल लिए इन्ना इंपोर्टेंट ये है नहीं टॉपिक, MLA वाला, ये MP वाला वोट वैल्यू का। ठीक है, तो एक MLA के पिछे ना काफ़ी जनता होंदी है। जे अपने MLA की वोट वैल्यू कढ़नी है तो किद्दां कर सकते हैं आप, जिन्नी भी आबादी है स्टेट की, ठीक है ना, टोटल पॉपूलेशन ऑफ स्टेट है ना, कोई भी स्टेट है तुसीं मान सकते हो है ना, उसकी टोटल आबादी
ਤੇ ਥੱਲੇ ਲਿਖ ਦਿਓ ਟੋਟਲ MLA ਉਸ ਸਟੇਟ ਦੇ ਵਿੱਚ ਜਿੰਨੇ MLA ਨੇ, ਠੀਕ ਹੈ। ਤੇ ਗੁਣਾ ਕਰ ਦਿਓ ਉਹਨੂੰ 1/1000 ਨਾਲ। ਜੋ ਵੀ ਵੈਲਿਊ ਆਉਂਦੀ ਹੈ ਉਹ ਇੱਕ MLA ਦੀ ਵੋਟ ਵੈਲਿਊ ਹੁੰਦੀ ਹੈ ਉਸ ਸਟੇਟ ਦੇ, ਠੀਕ ਹੈ ਨਾ। ਤੇ ਯਾਨੀ ਕਿ ਹਰ ਇੱਕ ਸਟੇਟ ਦੇ MLA ਦੀ ਵੋਟ ਵੈਲਿਊ ਅਲੱਗ-ਅਲੱਗ ਹੋਏਗੀ, ਠੀਕ ਹੈ। ਜੇ ਆਪਾਂ ਇੰਡੀਆ ਦੀ ਗੱਲ ਕਰੀਏ, ਇੰਡੀਆ ਦੇ ਵਿੱਚ ਦੇਖੋ ਆਬਾਦੀ ਸਭ ਤੋਂ ਜ਼ਿਆਦਾ ਯੂਪੀ ਦੇ ਵਿੱਚ ਹੈ ਨਾ, ਤੇ ਯੂਪੀ ਦੇ MLA ਦੀ ਵੋਟ ਵੈਲਿਊ ਸਭ ਤੋਂ ਜ਼ਿਆਦਾ ਹੋਊਗੀ। ਯੂਪੀ ਦੇ ਇੱਕ MLA ਦੀ ਵੋਟ ਵੈਲਿਊ ਹੈ 208, ਤੇ ਸਿੱਕਮ ਦੀ ਆਬਾਦੀ ਸਭ ਤੋਂ ਘੱਟ ਹੈ, ਤੇ ਸਿੱਕਮ ਦੇ MLA ਦੀ ਵੋਟ ਵੈਲਿਊ ਕਿੰਨੀ ਹੈ? ਸਿਰਫ 7। ਤਾਂ ਇਹਦਾ ਮਤਲਬ ਇਹ ਹੈ ਬਈ, ਜੇ ਯੂਪੀ ਦਾ ਇੱਕ MLA ਵੋਟ ਪੈ ਰਿਹਾ ਨਾ, ਤਾਂ ਇਹਦਾ ਮਤਲਬ ਰਾਸ਼ਟਰਪਤੀ ਨੂੰ 208 ਵੋਟਾਂ ਪੈ ਗਈਆਂ, ਠੀਕ ਹੈ। ਜੇ ਸਿੱਕਮ ਦੇ ਇੱਕ MLA ਨੇ ਵੋਟ ਪਾਈ ਹੈ ਰਾਸ਼ਟਰਪਤੀ ਨੂੰ, ਤਾਂ ਸਿਰਫ ਰਾਸ਼ਟਰਪਤੀ ਨੂੰ 7 ਵੋਟਾਂ ਪਈਆਂ। ਯਾਨੀ ਕਿ ਰਾਸ਼ਟਰਪਤੀ ਨੂੰ ਯੂਪੀ ਦੇ MLA ਦਾ ਫਾਇਦਾ ਹੋਇਆ, ਸਿੱਕਮ ਵਾਲੇ ਦਾ ਇੰਨਾ ਫਾਇਦਾ ਨਹੀਂ ਹੋਇਆ, ਹੈ ਨਾ। ਸਿੱਕਮ ਦੇ ਭਾਵੇਂ 10-20 MLA ਇਕੱਠੇ ਹੋ ਕੇ ਇੱਕ ਸਾਈਡ ਹੋ ਕੇ ਰਾਸ਼ਟਰਪਤੀ ਨੂੰ ਵੋਟ ਪਾ ਦੇਣ, 20 MLA, ਠੀਕ ਹੈ ਨਾ, ਤਦ ਵੀ ਉਹ ਯੂਪੀ ਦੇ ਇੱਕ MLA ਦੇ ਬਰਾਬਰ ਨਹੀਂ ਆ ਸਕਦੇ, ਠੀਕ ਹੈ ਨਾ। ਤਾਂ ਇਹ ਹੈ ਵੋਟ ਵੈਲਿਊ, ਕਲੀਅਰ ਹੈ। ਤੇ ਇਦਾਂ ਹੀ MP ਦੀ ਵੀ ਵੋਟ ਵੈਲਿਊ ਹੁੰਦੀ ਹੈ। MP ਦੀ ਵੋਟ ਵੈਲਿਊ ਆਪਾਂ ਕਿੱਦਾਂ ਕੱਢਦੇ ਹਾਂ? ਜੇ MP ਦੀ ਵੋਟ ਵੈਲਿਊ ਸਿੰਪਲ ਹੈ ਬਈ, ਆਪਣੇ ਦੇਸ਼ ਦੇ ਜਿੰਨੇ ਵੀ MLA ਨੇ, ਹੈ ਨਾ, ਆਪਣੇ ਦੇਸ਼ ਦੇ ਜਿੰਨੇ ਵੀ MLA ਨੇ, ਜਿੰਨੀ ਵੀ ਸਟੇਟਾਂ ਨੇ, ਸਾਰਿਆਂ ਦੇ MLA ਦੀ ਵੋਟ ਵੈਲਿਊ, ਟੋਟਲ ਵੋਟ ਵੈਲਿਊ ਆਫ ਆਲ MLAs ਇੰਡੀਆ, ਠੀਕ ਹੈ ਨਾ। ਟੋਟਲ MLA ਦੀ ਵੋਟ ਵੈਲਿਊ ਤੇ ਬਟੇ 'ਚ ਆ ਜਾਊਗਾ ਟੋਟਲ MP, ਜਿੰਨੇ ਵੀ ਦੇਸ਼ 'ਚ MP ਨੇ, ਹੈ ਨਾ। ਜੋ ਵੀ ਆਇਆ ਉਹੀ ਇੱਕ MP ਦੀ ਵੋਟ ਵੈਲਿਊ ਹੁੰਦੀ ਹੈ। ਯਾਨੀ ਇਹ ਪੂਰੇ ਇੰਡੀਆ 'ਚ ਕਾਮਨ ਹੀ ਰਹੂਗੀ 708, ਯਾਨੀ ਇੱਕ MP ਦੀ ਵੋਟ ਵੈਲਿਊ 708 ਹੈ, ਠੀਕ ਹੈ ਨਾ। MLA ਦੀ, ਯੂਪੀ ਦੇ MLA ਦੀ ਵੋਟ ਵੈਲਿਊ 208 ਹੋਗੀ, ਸਿੱਕਮ ਵਾਲੇ ਦੀ 7 ਹੋਗੀ, ਤੇ MP ਦੀ ਵੋਟ ਵੈਲਿਊ ਹੋਗੀ 708। ਹੁਣ ਜਦੋਂ ਇਹ ਵੋਟ ਪਾਉਂਦੇ ਨੇ ਤਾਂ ਫਿਰ ਐਂਡ ਦੇ ਵਿੱਚ ਵੋਟਾਂ ਨਹੀਂ ਕਾਊਂਟ ਹੁੰਦੀਆਂ, ਵੋਟ ਵੈਲਿਊ ਕਾਊਂਟ ਹੁੰਦੀ ਹੈ, ਠੀਕ ਹੈ ਨਾ। ਰਾਸ਼ਟਰਪਤੀ ਦੇ ਇਲੈਕਸ਼ਨ ਦੇ ਵਿੱਚ ਵੋਟਾਂ ਨਹੀਂ ਕਾਊਂਟ ਹੋਣਗੀਆਂ। ਵੋਟਾਂ ਦਾ ਇੱਦਾਂ ਸਮਝੋ, ਇੱਕ A ਬੰਦਾ ਖੜਿਆ ਹੈ ਰਾਸ਼ਟਰਪਤੀ ਦੀ ਇਲੈਕਸ਼ਨ 'ਚ, ਇੱਕ A ਖੜਿਆ, ਹੈ ਨਾ। ਯੂਪੀ ਦੇ ਸਿਰਫ ਇੱਕ MLA ਨੇ ਵੋਟ ਪਾਈ ਹੈ, ਇੱਕ ਵੋਟ ਪੈ ਗਈ ਇਹਨੂੰ। ਸਿੱਕਮ ਵਾਲਿਆਂ ਦੇ 10 MLA ਨੇ ਵੋਟ ਪਾਈ ਹੈ। ਜੇ ਆਪਾਂ ਦੇਖੀਏ ਤਾਂ B ਨੂੰ ਜ਼ਿਆਦਾ ਵੋਟ ਪਈ ਹੈ ਨਾ, B ਨੂੰ 10 ਵੋਟਾਂ ਪੈ ਗਈਆਂ, A ਨੂੰ 1 ਵੋਟ ਪਈ ਹੈ। ਬਟ ਵੋਟਾਂ ਥੋੜ੍ਹੀ ਕਾਊਂਟ ਹੋਣੀ ਹੈ, ਕਾਊਂਟ ਹੋਣੀ ਹੈ ਵੋਟ ਵੈਲਿਊ। ਹੁਣ ਇਹਨੂੰ A ਨੂੰ ਟੋਟਲ 208 ਵੋਟਾਂ ਪਈਆਂ ਨੇ ਵੋਟ ਵੈਲਿਊ ਦੇ ਹਿਸਾਬ ਨਾਲ, ਤਾਂ ਇਹਨੂੰ ਵਿਚਾਰੇ ਨੂੰ ਸਿਰਫ 70 ਵੋਟਾਂ ਪਈਆਂ ਨੇ। ਤਾਂ ਜਿੱਤੂਗਾ ਕੌਣ? ਇਹ ਜਿੱਤੂਗਾ ਬਈ, A ਵਾਲਾ, ਹੈ ਨਾ। ਤਾਂ ਇਹ ਗੱਲ ਹੈ, ਇਹ ਸਾਰੀ ਗੇਮ ਹੈ ਵੋਟ ਵੈਲਿਊ ਦੀ। ਜੇ ਸਮਝ ਆਇਆ ਤਾਂ ਬਹੁਤ ਵਧੀਆ, ਜੇ ਨਹੀਂ ਸਮਝ ਆਇਆ ਤਾਂ ਵੀ ਬਹੁਤ ਵਧੀਆ, ਕੋਈ ਟੈਨਸ਼ਨ ਵਾਲੀ ਕੋਈ ਗੱਲ ਨਹੀਂ। ਇਹ ਆਉਣਾ ਹੀ ਨਹੀਂ ਪੇਪਰ 'ਚ, ਠੀਕ ਹੈ ਨਾ। ਆਪਣੇ ਕਾਂਸਟੇਬਲ ਵਾਲੇ 'ਚ ਆਪਾਂ ਨੇ ਯਾਦ ਕੀ ਰੱਖਣਾ? ਇੱਕ ਤਾਂ ਤੁਹਾਨੂੰ ਚਲੋ ਇਹ ਕਲੀਅਰ ਹੋ ਗਿਆ ਨਾ ਵੀ ਵੋਟ ਵੈਲਿਊ ਨਾਂ ਦੀ ਕੋਈ ਚੀਜ਼ ਹੁੰਦੀ ਹੈ, ਨਾ। ਇੱਦਾਂ ਕਰਕੇ ਤੁਸੀਂ ਕਿਤੇ ਪੜ੍ਹੋ ਤਾਂ ਤੁਹਾਨੂੰ ਪਤਾ ਹੋਵੇ, ਹੈ ਨਾ। ਆਪਾਂ ਨੇ ਬਸ ਇਹੀ ਯਾਦ ਰੱਖਣਾ ਹੈ, ਪੂਰੇ ਇੰਡੀਆ 'ਚ ਸਭ ਤੋਂ ਜ਼ਿਆਦਾ ਵੋਟ ਵੈਲਿਊ ਕਿਹੜੀ ਸਟੇਟ ਦੀ ਹੈ? ਯੂਪੀ ਦੀ। ਕਿੰਨੀ ਹੈ? 208। ਸਭ ਤੋਂ ਘੱਟ ਸਿੱਕਮ, ਠੀਕ ਹੈ। ਤੇ ਆਪਣੇ ਦੇਸ਼ 'ਚ ਜਿੰਨੇ ਵੀ MP ਨੇ ਸਾਰਿਆਂ ਦੀ ਵੋਟ ਵੈਲਿਊ ਸੇਮ ਹੈ, 708। ਕਲੀਅਰ ਹੈ ਬਾਈ? ਆਈ ਹੋਪ ਤੁਹਾਨੂੰ ਹੋ ਗਿਆ ਹੋਣਾ ਕਲੀਅਰ, ਠੀਕ ਹੈ। ਤਾਂ ਬਾਕੀ ਹੋਰ ਦੇਖ ਲਓ ਬਈ, ਇਲੈਕਸ਼ਨ ਦੇ ਨਾਲ ਕੋਈ ਹੋਰ ਕੁਐਸਚਨ ਵੀ ਨੇ। ਜਿਵੇਂ ਰਾਸ਼ਟਰਪਤੀ ਦੀ ਚੋਣ ਹੈ ਨਾ, ਉਹ ਸਿੰਗਲ ਟਰਾਂਸਫਰੇਬਲ ਵੋਟ ਦੇ ਜ਼ਰੀਏ ਹੁੰਦੀ ਹੈ, ਠੀਕ ਹੈ ਨਾ। ਸਿੰਗਲ ਟਰਾਂਸਫਰੇਬਲ ਵੋਟ ਦੇ ਜ਼ਰੀਏ ਹੁੰਦੀ ਹੈ, ਤੇ ਜਿਹੜੀ ਵੋਟ ਹੁੰਦੀ ਹੈ ਉਹ ਗੁਪਤ ਹੁੰਦੀ ਹੈ, ਇਹ ਵੀ ਯਾਦ ਰੱਖਣਾ ਹੈ ਨਾ। ਸੀਕ੍ਰੇਟ ਬੈਲਟ 'ਤੇ ਹੁੰਦੀ ਹੈ, ਬੈਲਟ ਪੇਪਰ 'ਤੇ ਵੋਟ ਪੜਦੀ ਹੈ ਬਈ, EVM 'ਤੇ ਨਹੀਂ ਪੜਦੀ ਹੈ ਨਾ। ਜਿਵੇਂ ਆਪਾਂ ਵੋਟ ਪਾਉਂਦੇ ਹਾਂ EVM ਮਸ਼ੀਨ 'ਤੇ, ਹੈ ਨਾ, ਉਹ ਵੋਟ EVM 'ਤੇ ਨਹੀਂ ਪੜਦੀ, ਉਹ ਸੀਕ੍ਰੇਟ ਬੈਲਟ ਪੇਪਰ 'ਤੇ ਪੜਦੀ ਹੈ। ਇੱਕ ਪੇਪਰ ਹੁੰਦਾ ਹੈ ਇੱਦਾਂ ਕਰਕੇ, ਇਹ ਕੋਈ ਪੇਪਰ ਹੋਊਗਾ, ਹੈ ਨਾ। ਤੁਹਾਨੂੰ ਇਹ ਰਾਸ਼ਟਰਪਤੀ A ਹੋ ਗਿਆ, ਇਹ B ਹੋ ਗਿਆ, C ਇਹ ਕੈਂਡੀਡੇਟ ਹੋ ਗਏ। ਤੁਹਾਨੂੰ ਕਿਹਨੂੰ ਆਪਣੀ ਫਸਟ ਪ੍ਰੈਫਰੈਂਸ ਦੇਣੀ ਹੈ? ਜਿਵੇਂ ਤੁਸੀਂ C ਨੂੰ ਵੋਟ ਪਾਣੀ ਹੈ ਨਾ, ਤਾਂ C ਦੇ ਅੱਗੇ ਤੁਸੀਂ ਇੱਕ ਲਿਖਤਾ, A ਨੂੰ, ਚਲੋ ਇਹ ਮੈਂ ਤੁਹਾਨੂੰ ਬਾਅਦ 'ਚ ਦੱਸੂਗਾ, ਹੈ ਨਾ। 1 ਮਿੰਟ ਰੁਕੋ। ਪਹਿਲਾਂ ਤਾਂ ਇਹ ਤੁਸੀਂ ਯਾਦ ਰੱਖੋ ਕਿ ਇਹ ਜਿਹੜੀ ਵੋਟ ਹੈ ਇਹ ਕਿੱਦਾਂ ਦੀ ਵੋਟ ਹੁੰਦੀ ਹੈ। ਇਹ ਡਾਇਰੈਕਟ ਕੁਐਸਚਨ ਆਉਂਦਾ ਬਈ ਕਿ ਰਾਸ਼ਟਰਪਤੀ ਦੀ ਜਿਹੜੀ ਵੋਟ ਹੈ ਉਹ ਕਿਹੜੀ ਵੋਟ ਹੈ? ਸਿੰਗਲ ਟਰਾਂਸਫਰੇਬਲ ਵੋਟ ਹੈ ਬਈ, ਸਿੰਗਲ ਟਰਾਂਸਫਰੇਬਲ ਵੋਟ, ਤੇ ਸੀਕ੍ਰੇਟ ਬੈਲਟ 'ਤੇ ਹੁੰਦੀ ਹੈ ਇਹ, ਠੀਕ ਹੈ। ਹੁਣ ਇਹ ਕਿਹੜੀ ਵੋਟ ਹੈ? ਸਿੰਗਲ ਤੋਂ ਸਮਝ ਗਏ ਵੀ ਇੱਕ ਵੋਟ ਹੋ ਗਈ ਹੈ ਨਾ, ਸਿੰਗਲ। ਟਰਾਂਸਫਰੇਬਲ ਵੋਟ ਮਤਲਬ ਵੋਟ ਹੈ ਨਾ ਜਿਹੜੀ, ਉਹ ਟਰਾਂਸਫਰ ਵੀ ਹੋ ਸਕਦੀ ਹੈ। ਕਿੱਦਾਂ? ਦੇਖੋ, ਇਹ ਮੰਨ ਲਓ ਇਹ ਉਹ ਸੀਟ ਹੋ ਗਈ ਬਈ, ਬੈਲਟ ਪੇਪਰ ਹੋ ਗਿਆ ਜਿਹਦੇ 'ਤੇ ਵੋਟ ਪੈਣੀ ਹੈ ਨਾ। ਹੁਣ ਤੁਹਾਡੇ ਕੋਲ ਇਹ 3 ਬੰਦੇ, ਇਹ 3 ਕੈਂਡੀਡੇਟ ਨੇ ਬਈ ਜਿਹੜੇ ਖੜੇ ਨੇ, A B ਤੇ C। ਹੁਣ ਤੁਸੀਂ ਵੋਟ ਪਾਣੀ ਹੈ ਨਾ, ਤੁਸੀਂ ਵੋਟ ਪਾਣੀ ਹੈ, ਅਤੇ ਫਿਰ ਤੁਹਾਨੂੰ ਪੁੱਛਿਆ ਜਾਊਗਾ ਕਿ ਤੁਸੀਂ ਫਸਟ ਪ੍ਰੈਫਰੈਂਸ ਕਿਹਨੂੰ ਦੇਣੀ ਹੈ। ਤੁਸੀਂ ਕਹਿੰਦਾ ਵੀ ਮੈਂ C ਨੂੰ ਪਾਣੀ ਹੈ ਵੋਟ।
बट ਤੁਹਾਨੂੰ ਨਾ ਫਿਰ ਇਹ ਵੀ ਕਲੀਅਰ ਕਰਨਾ ਪੈਣਾ ਹੈ ਕਿ ਜੇ ਸੀ ਨਾ ਜਿੱਤਿਆ ਇਲੈਕਸ਼ਨਾਂ ਦੇ ਵਿੱਚ, ਹੈ ਨਾ, ਸੀ ਨੂੰ ਨਹੀਂ ਮਿਲੀ ਵੋਟ, ਤਾਂ ਫਿਰ ਤੁਸੀਂ ਕਿਹਨੂੰ ਰਾਸ਼ਟਰਪਤੀ ਬਣਾਉਣਾ ਪਸੰਦ ਕਰੋਗੇ? ਫਿਰ ਤੁਸੀਂ कहता ਵੀ ਜੇ ਸੀ ਨਹੀਂ ਬਣਦਾ ਤਾਂ ਚਲੋ ਫਿਰ ਏ ਨੂੰ ਬਣਾ ਦਿਓ, ਸੈਕਿੰਡ ਪ੍ਰੈਫਰੈਂਸ ਇਹ ਹੋਗੀ, ਫਿਰ ਬੀ ਤੀਜੇ ਨੰਬਰ 'ਤੇ ਆਊਗਾ, ਠੀਕ ਹੈ ਨਾ। ਇੱਦਾਂ ਹੁੰਦਾ ਹੈ। ਹੁਣ ਜਦੋਂ ਵੋਟਾਂ ਦੀ ਕਾਊਂਟਿੰਗ ਹੋਊਗੀ, ਹੈ ਨਾ, ਵੋਟਾਂ ਦੀ ਕਾਊਂਟਿੰਗ ਜਿਹੜੀ ਵੋਟ ਵੈਲਿਊ ਦੀ ਕਾਊਂਟਿੰਗ ਹੋਊਗੀ, ਹੁਣ ਦੇਖਿਆ ਵੀ ਸੀ ਹੈ ਜਿਹੜਾ ਉਹ ਪਿਛੜਦਾ ਜਾ ਰਿਹਾ, ਹੈ ਨਾ, ਸੀ ਹੈ ਜਿਹੜਾ ਪਿਛੜਦਾ ਜਾ ਰਿਹਾ, ਵੀ ਇਹਦਾ ਤਾਂ ਬਣਨਾ ਮੁਸ਼ਕਿਲ ਹੈ, ਇਹਨੂੰ ਤਾਂ ਇਹ ਤਾਂ ਲਾਸਟ 'ਚ ਚੱਲ ਗਿਆ। ਹੁਣ ਜਿਹੜੀ ਗੇਮ ਹੈ, ਜਿਹੜੀ ਰੇਸ ਹੈ, ਉਹ ਏ ਤੇ ਬੀ 'ਚ ਰਹਿ ਗਈ, ਠੀਕ ਹੈ ਨਾ। ਵੋਟਾਂ ਸਾਰੀ ਕਾਊਂਟ ਹੋ ਗਈਆਂ। ਹੁਣ ਫਿਰ ਕੀ ਹੋਊਗਾ? ਇਹ ਜਿਹੜਾ ਸੀ ਹੈ ਇਹਦੀ ਵੋਟ ਦੇਖੀ ਜਾਊਗੀ, ਹੈ ਨਾ, ਵੀ ਜਿਹਨੂੰ ਸੀ ਨੂੰ ਜਿਹੜੀ ਵੋਟਾਂ ਪਈਆਂ ਸੀਗੀਆਂ, ਠੀਕ ਹੈ, ਉਹਦੇ 'ਚੋਂ ਫਿਰ ਸੈਕਿੰਡ ਪ੍ਰੈਫਰੈਂਸ ਕਿਹਨੂੰ ਹੈ? ਏ ਨੂੰ ਹੈ ਨਾ। ਫਿਰ ਇਹਦੀ ਵੋਟ ਏ ਨੂੰ ਟਰਾਂਸਫਰ ਹੋ ਜਾਊਗੀ। ਜਿਹਨੇ ਫਿਰ ਬੀ ਨੂੰ ਦੇਈ ਹੈ ਵੋਟ, ਹੈ ਨਾ, ਸੈਕਿੰਡ ਪ੍ਰੈਫਰੈਂਸ, ਕਿਸੇ ਨੇ ਬੀ ਨੂੰ ਵੀ ਕਿਹਾ ਹੋਣਾ ਨਾ ਸੈਕਿੰਡ ਪ੍ਰੈਫਰੈਂਸ, ਤਾਂ ਉਹਦੀ ਬੀ ਅਕਾਊਂਟ ਚਲੀ ਜਾਊਗੀ। ਇੱਦਾਂ ਕਰਕੇ ਵੋਟ ਹੈ ਜਿਹੜੀ ਉਹ ਕਾਊਂਟ ਹੁੰਦੀ ਹੈ, ਯਾਨੀ ਟਰਾਂਸਫਰ ਵੀ ਹੋ ਜਾਂਦੀ ਹੈ ਵੋਟ। ਜਿਹਨੂੰ ਤੁਸੀਂ ਵੋਟ ਪਾਈ ਹੈ, ਜੇ ਉਹ ਨਹੀਂ ਜਿੱਤ ਰਿਹਾ ਤਾਂ ਫਿਰ ਉਹ ਜਿਹੜੀ ਵੋਟ ਹੈ ਉਹ ਦੂਜੇ ਨੂੰ ਵੀ ਟਰਾਂਸਫਰ ਹੋ ਸਕਦੀ ਹੈ। ਇਹ ਟਰਾਂਸਫਰੇਬਲ ਵੋਟ ਹੈ ਬਾਈ, ਠੀਕ ਹੈ ਨਾ। ਇਹ ਵੀ ਜ਼ਿਆਦਾ ਯਾਦ ਰੱਖਣ ਦੀ ਲੋੜ ਨਹੀਂ, ਤੁਸੀਂ ਇੱਦਾਂ ਹੀ ਯਾਦ ਰੱਖੋ ਕਿ ਵੋਟ ਜਿਹੜੀ ਉਹ ਕਿਹੋ ਜਿਹੀ ਵੋਟ ਹੈ, ਤਾਂ ਸਿੰਗਲ ਟਰਾਂਸਫਰੇਬਲ ਵੋਟ ਹੈ, ਸੀਕ੍ਰੇਟ ਬੈਲਟ ਪੇਪਰ 'ਤੇ ਹੁੰਦੀ ਹੈ। ਕਲੀਅਰ ਹੈ। ਬਾਕੀ ਹੈ ਬਈ ਇਹ ਵਾਲਾ ਕੁਐਸਚਨ ਹੈ, ਦੇਖੋ ਜਿਹੜੇ ਵੀ ਝਗੜੇ ਨੇ, ਹੈ ਨਾ, ਇਲੈਕਸ਼ਨਾਂ ਦੇ ਵਿੱਚ, ਪ੍ਰੈਜ਼ੀਡੈਂਟ ਦੇ ਇਲੈਕਸ਼ਨਾਂ ਦੇ ਵਿੱਚ ਜਿਹੜੀ ਝਗੜੇ ਨੇ, ਇਨਕੁਆਰੀ ਹੈ, ਜੋ ਵੀ ਹੈ, ਉਹ ਸੁਪਰੀਮ ਕੋਰਟ ਡਿਸੀਜਨ ਲੈਂਦੀ ਹੈ ਅਤੇ ਉਹਦਾ ਡਿਸੀਜਨ ਹੀ ਫਾਈਨਲ ਹੁੰਦਾ ਹੈ, ਠੀਕ ਹੈ ਨਾ। ਮੰਨ ਲਓ ਰਾਸ਼ਟਰਪਤੀ ਦੇ ਇਲੈਕਸ਼ਨ ਦੇ ਵਿੱਚ ਕੋਈ ਝਗੜਾ ਹੋ ਗਿਆ ਤਾਂ ਉਹ ਸੁਲਝਾਊਗਾ ਕੌਣ? ਸੁਪਰੀਮ ਕੋਰਟ। ਉਹੀ ਜਾਂਚ ਕਰੇਗੀ, ਉਹੀ ਨਿਰਣਾ ਲਏਗੀ ਅਤੇ ਉਹਦਾ ਫੈਸਲਾ ਹੀ ਅੰਤਿਮ ਫੈਸਲਾ ਹੋਊਗਾ। ਕਲੀਅਰ ਹੈ। ਅਤੇ ਇਹ ਕੁਐਸਚਨ ਨਾ ਅੱਜ ਦੇ ਪੇਪਰ 'ਚ ਆਇਆ ਹੋਇਆ ਸੀਗਾ, ਅੱਜ ਪੇਪਰ ਹੋ ਕੇ ਹਟਿਆ ਨਾ ਮੋਰਨਿੰਗ 'ਚ, ਉਹ ਜਿਹੜਾ ਇਨਵੈਸਟੀਗੇਸ਼ਨ ਦਾ ਚੱਲ ਰਿਹਾ ਕਾਂਸਟੇਬਲ ਦਾ, ਠੀਕ ਹੈ ਬਾਈ। ਉਹਨਾਂ ਨੇ ਆਰਟੀਕਲ ਪੁੱਛਿਆ ਹੋਇਆ ਸੀਗਾ ਕਿ ਜਿਹੜਾ ਸੁਪਰੀਮ ਕੋਰਟ ਫੈਸਲਾ ਦਿੰਦੀ ਹੈ ਉਹ ਕਿਹੜਾ ਆਰਟੀਕਲ ਹੈ? ਉਹ ਆਰਟੀਕਲ 71 ਹੈ ਬਾਈ। ਇਹ ਪੁਆਇੰਟ ਵੀ ਯਾਦ ਰੱਖ ਲਿਓ, ਇਹ ਕੁਐਸਚਨ ਅੱਜ ਆਇਆ ਹੋਇਆ ਸੀਗਾ, ਆਰਟੀਕਲ 71। ਕਲੀਅਰ ਹੈ। ਨੈਕਸਟ ਫਿਰ ਆਰਟੀਕਲ 58 ਬਾਰੇ ਚੱਲਦੇ ਹਾਂ ਬਾਈ। ਆਰਟੀਕਲ 58 'ਚ ਕੀ ਹੈ? ਕੁਆਲੀਫਿਕੇਸ਼ਨ ਆਫ ਪ੍ਰੈਜ਼ੀਡੈਂਟ, ਯੋਗਤਾ ਬਾਈ, ਹੈ ਨਾ। ਤਾਂ ਮੇਨ ਜੀ ਗੱਲ ਹੈ ਬਾਈ, ਇੱਕ ਤਾਂ ਸਿਟੀਜ਼ਨ ਹੋਣਾ ਚਾਹੀਦਾ ਇੰਡੀਆ ਦਾ, ਇੱਕ ਏਜ ਯਾਦ ਰੱਖ ਲਿਓ, ਏਜ ਪੁੱਛੀ ਜਾਂਦੀ ਹੈ ਕਿ ਕਿੰਨੀ ਕੁ ਏਜ ਹੋਣੀ ਚਾਹੀਦੀ ਹੈ? 35 ਸਾਲ ਏਜ ਹੋਣੀ ਚਾਹੀਦੀ ਹੈ ਨਾ, 35 ਜਾਂ 35 ਤੋਂ ਵੱਧ, ਠੀਕ ਹੈ। ਅਤੇ ਰਾਸ਼ਟਰਪਤੀ ਬਣਨ ਵਾਸਤੇ ਇੱਕ ਯੋਗਤਾ ਹੋਰ ਹੈ ਬਈ, ਕਿ ਜਿਹੜਾ ਵੀ ਬੰਦਾ ਰਾਸ਼ਟਰਪਤੀ ਬਣਨਾ, ਹੈ ਨਾ, ਮੈਂਬਰ, ਉਹ ਲੋਕ ਸਭਾ ਦਾ ਮੈਂਬਰ ਬਣਨ ਦੇ ਯੋਗ ਹੋਣਾ ਚਾਹੀਦਾ ਹੈ, ਠੀਕ ਹੈ ਨਾ। ਮਤਲਬ ਜੋ ਲੋਕ ਸਭਾ ਦੇ ਮੈਂਬਰ ਬਣਨ ਵਾਸਤੇ ਸ਼ਰਤਾਂ ਨੇ ਉਹ ਪੂਰੀਆਂ ਹੋਣੀਆਂ ਮਤਲਬ ਚਾਹੀਦੀਆਂ ਨੇ, ਹੈ ਨਾ, ਪੂਰੀ ਹੋਣੀਆਂ ਚਾਹੀਦੀਆਂ ਨੇ, ਜੋ ਵੀ ਮਤਲਬ ਲੋਕ ਸਭਾ ਵਾਸਤੇ ਹੈਗੀਆਂ, ਠੀਕ ਹੈ। ਉਹ ਆਪਾਂ ਅੱਗੇ ਵੇਖਾਂਗੇ ਲੋਕ ਸਭਾ ਲਈ ਕੀ ਨੇ। ਫਿਰ ਬਈ ਜਿਹੜਾ ਮੇਨ ਪੁਆਇੰਟ ਹੈ ਉਹ ਹੈ ਕਿ ਹੀ ਸ਼ੁੱਡ ਨੋਟ ਹੋਲਡ ਐਨੀ ਆਫਿਸ ਆਫ ਪ੍ਰੋਫਿਟ। ਆਫਿਸ ਆਫ ਪ੍ਰੋਫਿਟ ਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਲਾਭ ਦਾ ਪਦ, ਹੈ ਨਾ, ਲਾਭ ਦਾ ਪਦ। ਉਹਦੇ ਕੋਲ ਕੋਈ ਵੀ ਲਾਭ ਦਾ ਪਦ ਨਹੀਂ ਹੋਣਾ ਚਾਹੀਦਾ, ਆਫਿਸ ਆਫ ਪ੍ਰੋਫਿਟ ਨਹੀਂ ਹੋਣਾ ਚਾਹੀਦਾ। ਹੁਣ ਆਫਿਸ ਆਫ ਪ੍ਰੋਫਿਟ ਹੈ ਕੀ ਹੈ? ਮਤਲਬ ਜਿਹੜਾ ਰਾਸ਼ਟਰਪਤੀ ਹੈ ਬਈ, ਉਹ ਕੋਈ ਅਜਿਹੇ ਪੋਸਟ 'ਤੇ ਨਹੀਂ ਹੋਣਾ ਚਾਹੀਦਾ, ਹੈ ਨਾ, ਕੋਈ ਗੌਰਮੈਂਟ ਜੋਬ ਕਰ ਰਿਹਾ ਹੋਵੇ, ਜਿਵੇਂ ਕੋਈ ਸਬ ਇੰਸਪੈਕਟਰ ਹੋ ਗਿਆ, ਕੋਈ DC ਲੱਗਿਆ ਹੋਇਆ ਕਿਤੇ, ਹੈ ਨਾ, ਇੱਦਾਂ ਕਰਕੇ, ਜਾਂ ਕਿਸੇ ਕੰਪਨੀ ਦਾ MD ਚੇਅਰਮੈਨ ਹੈ, ਜਿੱਥੇ ਬੈਠ ਕੇ ਉਹ ਮਤਲਬ ਕੀ ਹੈ ਆਪਣੇ ਆਪ ਨੂੰ ਕੀ ਕਰ ਸਕੇ, ਪ੍ਰੋਫਿਟ, ਜਾਂ ਮਤਲਬ ਜਿਵੇਂ ਗੌਰਮੈਂਟ ਆਫ ਇੰਡੀਆ ਦੇ ਖਜ਼ਾਨੇ 'ਚੋਂ ਨਾ ਕੋਈ ਹੋਰ ਮਤਲਬ ਉਹਨੂੰ ਸੈਲਰੀ ਵਗੈਰਾ ਨਾ ਮਿਲਦੀ ਹੋਵੇ, ਹੈ ਨਾ, ਕੋਈ ਪੋਸਟ ਸਰਕਾਰੀ ਉਹ ਨਾ ਕਰਦਾ ਹੋਵੇ, ਕਿਉਂਕਿ ਫਿਰ ਉੱਥੇ ਬੈਠ ਕੇ ਉਹ ਆਪਣੀ ਪੋਸਟ ਨਾਲ ਫਿਰ ਕੀ ਹੈ ਜਸਟੀਫਿਕੇਸ਼ਨ ਨਹੀਂ ਨਾ ਕਰ ਸਕਦਾ, ਸਮਝੋ ਤੁਸੀਂ। ਤਾਂ ਇੱਦਾਂ ਕਰਕੇ ਉਹ ਆਫਿਸ ਆਫ ਪ੍ਰੋਫਿਟ 'ਤੇ ਨਹੀਂ ਹੋਣਾ ਚਾਹੀਦਾ, ਠੀਕ ਹੈ। ਨੈਕਸਟ ਹੈ ਬਈ ਆਰਟੀਕਲ 60। ਆਰਟੀਕਲ 60 'ਚ ਕੀ ਹੈ? ਸ਼ਪਥ, ਸਹੁੰ ਹੈ ਜਿਹੜੀ ਉਹ ਲੈਂਦਾ ਰਾਸ਼ਟਰਪਤੀ, ਹੈ ਨਾ। ਤਾਂ ਇਹਦੇ 'ਤੇ ਦੋ ਹੀ ਪੁਆਇੰਟ ਬਣਦੇ ਨੇ ਬਈ। ਇੱਕ ਤਾਂ ਆਰਟੀਕਲ ਪੁੱਛਦੇ ਆ, ਆਰਟੀਕਲ ਤਾਂ ਜਿਹੜੇ ਆਪਾਂ ਨੇ ਕਰੇ ਨਾ ਬਸ ਇਹੀ ਇੰਪੋਰਟੈਂਟ ਨੇ ਬਈ, ਇਹ ਯਾਦ ਰੱਖ ਲਿਓ, ਹੈ ਨਾ। ਆਰਟੀਕਲ 58 'ਚ ਕੀ ਹੈ? ਰਾਸ਼ਟਰਪਤੀ ਦੀ ਯੋਗਤਾ। ਆਰਟੀਕਲ 60 'ਚ ਕੀ ਹੈ? ਰਾਸ਼ਟਰਪਤੀ ਦੀ ਸਹੁੰ। ਰਾਸ਼ਟਰਪਤੀ ਨੂੰ ਸਹੁੰ ਕੌਣ ਦਵਾਉਂਦਾ ਹੈ ਬਈ? ਚੀਫ ਜਸਟਿਸ ਆਫ ਇੰਡੀਆ ਦਵਾਊਗਾ, ਭਾਰਤ ਦਾ ਮੁੱਖ ਨਿਆਇਧੀਸ਼, ਠੀਕ ਹੈ ਨਾ, ਜਿਹਨੂੰ ਆਪਾਂ ਹਿੰਦੀ 'ਚ ਕਹਿੰਦੇ ਹਾਂ ਭਾਰਤ ਦਾ ਮੁੱਖ ਨਿਆਇਧੀਸ਼, ਠੀਕ ਹੈ ਨਾ, ਜਿਹੜਾ ਸਭ ਤੋਂ ਵੱਡਾ ਜੱਜ ਹੈ ਆਪਣਾ, ਹੈ ਨਾ। ਦੇਖੋ ਸਭ ਤੋਂ ਵੱਡੀ ਕੋਰਟ ਕਿਹੜੀ ਹੈ? ਸੁਪਰੀਮ ਕੋਰਟ। ਅਤੇ ਸੁਪਰੀਮ ਕੋਰਟ ਦਾ ਵੀ ਸਭ ਤੋਂ ਵੱਡਾ ਜਿਹੜਾ ਜੱਜ ਹੁੰਦਾ ਹੈ ਉਹਨੂੰ ਚੀਫ ਜਸਟਿਸ ਆਫ ਇੰਡੀਆ ਕਿਹਾ ਜਾਂਦਾ ਹੈ, CJI, ਠੀਕ ਹੈ ਨਾ। ਤਾਂ ਇਹ ਦਵਾਊਗਾ ਸਭ ਤੋਂ। ਅਤੇ ਰਾਸ਼ਟਰਪਤੀ ਹੈ ਜਿਹੜਾ ਉਹ ਸਭ ਤੋਂ ਕਾਹਦੀ ਲੈਂਦਾ ਹੈ ਬਈ? ਕੌਨਸਟੀਟਿਊਸ਼ਨ ਨੂੰ ਪ੍ਰੋਟੈਕਟ ਕਰਨ ਦੀ, ਡਿਫੈਂਡ ਕਰਨ ਦੀ, ਠੀਕ ਹੈ ਨਾ, ਇਹ ਲੈਂਦਾ ਉਹ ਸਭ, ਠੀਕ ਹੈ। ਨੈਕਸਟ ਹੈ ਬਈ ਸੁਪਰ ਇੰਪੋਰਟੈਂਟ ਹੈ ਜੇ, ਇੰਪੀਚਮੈਂਟ ਆਫ ਪ੍ਰੈਜ਼ੀਡੈਂਟ। ਇੰਪੀਚਮੈਂਟ ਦਾ ਮਤਲਬ ਹੈ ਬਈ ਰਾਸ਼ਟਰਪਤੀ ਨੂੰ ਉਹਦੀ ਪੋਸਟ ਤੋਂ ਹਟਾਉਣਾ, ਕੱਢਣਾ। ਇਹਨੂੰ ਮਹਾਭਿਯੋਗ ਵੀ ਕਹਿੰਦੇ ਆ ਅਤੇ ਮਹਾਦੋਸ਼ ਵੀ ਕਹਿੰਦੇ ਆ। ਕਲੀਅਰ ਹੈ। ਹਿੰਦੀ 'ਚ ਇਹਨੂੰ ਮਹਾਭਿਯੋਗ ਕਿਹਾ ਜਾਂਦਾ ਹੈ ਅਤੇ ਪੰਜਾਬੀ 'ਚ ਇਹਨੂੰ ਮਹਾਦੋਸ਼ ਕਹਿੰਦੇ ਨੇ, ਠੀਕ ਹੈ। ਇਹ ਯਾਦ ਰੱਖਣਾ ਆਪਾਂ ਨੇ।
ਤੇ ਇਹਨੂੰ ਪਹਿਲੀ ਗੱਲ ਤਾਂ ਇਹੀ ਹੈ ਵੀ ਇਹਨੂੰ ਕੱਢਿਆ ਕਿਉਂ ਜਾਂਦਾ ਹੈ ਨਾ। ਤਾਂ ਇਹਦਾ ਸਿੰਪਲ ਜਿਹਾ ਪੁਆਇੰਟ ਹੈ ਬਈ, ਇਹਨੂੰ ਕੱਢਿਆ ਕਿਉਂ ਜਾਂਦਾ ਹੈ? ਕਿਉਂਕਿ ਰਾਸ਼ਟਰਪਤੀ ਨੇ ਸ਼ਪਥ ਕਾਹਦੀ ਲਈ ਹੈ ਦੱਸੋ ਜਰਾ। ਰਾਸ਼ਟਰਪਤੀ ਨੇ ਸ਼ਪਥ ਲਈ ਹੈ ਸੰਵਿਧਾਨ ਦੀ ਰੱਖਿਆ ਕਰਨ ਦੀ, ਹੈ ਨਾ। ਹੁਣ ਜੇ ਉਹ ਸੰਵਿਧਾਨ ਦੇ ਖਿਲਾਫ ਹੀ ਕੰਮ ਕਰਨ ਲੱਗ ਜੇ ਫਿਰ ਤਾਂ ਉਹਨੂੰ ਕੱਢਣਾ ਬਣਦਾ ਹੈ ਨਾ, ਠੀਕ ਹੈ ਨਾ। ਤਾਂ ਇਹ ਉਹਦੇ ਤੇ ਕੀ ਹੈ, ਚਾਰਜ ਹੁੰਦਾ ਹੈ ਇੰਪੀਚਮੈਂਟ ਦਾ, ਹੈ ਨਾ, ਕਿ ਉਹਨੇ ਸੰਵਿਧਾਨ ਦੀ ਕੀ ਕੀਤੀ ਹੈ, ਉਲੰਘਣਾ ਕੀਤੀ ਹੈ, ਵਾਇਓਲੇਸ਼ਨ ਆਫ ਕੌਨਸਟੀਟਿਊਸ਼ਨ ਉਹਨੇ ਕਰਿਆ, ਹੈ ਨਾ। ਇਸ ਕਰਕੇ ਉਹਨੂੰ ਕੱਢਿਆ ਜਾਂਦਾ ਹੈ ਪੋਸਟ ਤੋਂ, ਠੀਕ ਹੈ। ਪ੍ਰੋਸੈਸ ਕੀ ਹੈ ਬਈ ਇਹਦਾ, ਇਹਨੂੰ ਪੋਸਟ ਤੋਂ ਕੱਢਣ ਦਾ, ਠੀਕ ਹੈ ਨਾ। ਇਹ ਬਹੁਤ ਇੰਪੋਰਟੈਂਟ ਹੈ ਬਈ, ਇਹਨੂੰ ਆਪਾਂ ਨੇ ਯਾਦ ਰੱਖਣਾ ਹੈ, ਠੀਕ ਹੈ ਨਾ। ਇਹਦੇ ਤੇ ਬਹੁਤ ਕੁਐਸਚਨ ਬਣਦੇ ਆ। ਆਪਾਂ ਦੇਖ ਲੈਂਦੇ ਆ ਰਾਸ਼ਟਰਪਤੀ ਨੂੰ ਉਹਦੀ ਪੋਸਟ ਤੋਂ ਕੱਢਣ ਦਾ ਕੀ ਪ੍ਰੋਸੈਸ ਹੈ। ਦੇਖੋ ਰਾਸ਼ਟਰਪਤੀ ਹੈ ਜਿਹੜਾ, ਉਹ ਆਪਣੀ ਸੰਸਦ ਦਾ ਹਿੱਸਾ ਹੈ ਨਾ, ਆਪਣੀ ਸੰਸਦ ਦਾ ਹਿੱਸਾ ਹੈ ਨਾ। ਉਹ ਵੀ ਜਿਵੇਂ ਆਪਣੀ ਪਾਰਲੀਮੈਂਟ ਹੋ ਗਈ, ਪਾਰਲੀਮੈਂਟ 'ਚ ਕੀ ਕੀ ਆਉਂਦਾ? ਪਾਰਲੀਮੈਂਟ 'ਚ ਤਿੰਨ ਮੇਨ ਚੀਜ਼ਾਂ ਨੇ ਬਈ, ਕਿਹੜੀਆਂ? ਇੱਕ ਤਾਂ ਪ੍ਰੈਜ਼ੀਡੈਂਟ ਹੋ ਗਿਆ, ਇੱਕ ਫਿਰ ਰਾਜ ਸਭਾ ਹੋ ਗਈ, ਇੱਕ ਲੋਕ ਸਭਾ। ਇਹ ਤਿੰਨ ਪਿੱਲਰ ਨੇ ਆਪਣੀ ਸੰਸਦ ਦੇ, ਹੈ ਨਾ। ਤਾਂ ਇਹ ਵੀ ਕੀ ਹੈ, ਸੰਸਦ ਦਾ ਹਿੱਸਾ ਹੈ। ਤਾਂ ਜਦੋਂ ਇਹਨੂੰ ਕੱਢਣਾ ਹੋਊਗਾ ਤਾਂ ਕੌਣ ਕੱਢੂਗਾ? ਸੰਸਦ ਹੀ ਕੱਢੂਗੀ, ਕਿਉਂਕਿ ਸੰਸਦ ਦਾ ਹਿੱਸਾ ਨਾ ਇਹ, ਉਹੀ ਕੱਢੂਗੀ। ਤਾਂ ਸੰਸਦ ਦੇ ਵਿੱਚ ਪ੍ਰੈਜ਼ੀਡੈਂਟ ਤੋਂ ਇਲਾਵਾ ਫਿਰ ਬਚਿਆ ਕੀ ਹੈ, ਰਾਜ ਸਭਾ ਜਾਂ ਲੋਕ ਸਭਾ, ਹੈ ਨਾ। ਤਾਂ ਇਹ ਪ੍ਰੋਸੈਸ ਹੈ ਜਿਹੜਾ ਜਾਂ ਤਾਂ ਰਾਜ ਸਭਾ ਵਾਲੇ ਸ਼ੁਰੂ ਕਰਨਗੇ ਜਾਂ ਲੋਕ ਸਭਾ ਵਾਲੇ, ਠੀਕ ਹੈ ਨਾ। ਮਤਲਬ ਰਾਸ਼ਟਰਪਤੀ ਨੂੰ ਕੱਢਣ ਦੀ ਪ੍ਰਕਿਰਿਆ ਹੈ, ਜਿਹੜਾ ਪ੍ਰੋਸੈਸ ਹੈ, ਉਹ ਕੋਈ ਵੀ ਸ਼ੁਰੂ ਕਰ ਸਕਦਾ, ਭਾਵੇਂ ਉਹ ਰਾਜ ਸਭਾ ਵਾਲੇ ਕਰਨ, ਭਾਵੇਂ ਉਹ ਲੋਕ ਸਭਾ ਵਾਲੇ ਕਰਨ, ਠੀਕ ਹੈ ਨਾ। ਬਟ ਸ਼ਰਤ ਇਹ ਹੈ, ਚਾਹੇ ਰਾਜ ਸਭਾ ਕਰੇ ਪ੍ਰੋਸੈਸ ਸ਼ੁਰੂ, ਚਾਹੇ ਲੋਕ ਸਭਾ ਕਰੇ। ਬਟ ਜਦ ਪ੍ਰੋਸੈਸ ਸ਼ੁਰੂ ਕਰਨਾ ਨਾ, ਤਾਂ 1/4 ਮੈਂਬਰ ਉਸ ਸਦਨ ਦੇ, ਭਾਵੇਂ ਉਹ ਲੋਕ ਸਭਾ ਭਾਵੇਂ ਉਹ ਰਾਜ ਸਭਾ, 1/4 ਮੈਂਬਰ ਹੈ ਨਾ ਜਿਹੜੇ, ਉਹ ਜਿਹੜਾ ਪ੍ਰਸਤਾਵ ਹੈ ਉਹ ਲੈ ਕੇ ਆਉਣਗੇ, ਹੈ ਨਾ। 1/4 ਮੈਂਬਰ, ਸਮਝੋ ਗੱਲ, ਨਹੀਂ ਸਮਝੇ? ਦੇਖੋ ਬਾਈ, ਰਾਜ ਸਭਾ 'ਚ ਮੰਨ ਲਓ 400 ਮੈਂਬਰ ਨੇ, ਮੰਨ ਲਓ ਕਿ ਮੈਂ ਹੈਗੇ ਨਹੀਂ, ਹੈ ਨਾ। ਤਾਂ 400 ਮੈਂਬਰਾਂ ਦਾ 1/4 ਕਿੰਨਾ ਹੋਊਗਾ? 100, ਹੈ ਨਾ। ਤਾਂ ਇਹ 100 ਮੈਂਬਰਾਂ ਨੇ ਇਕੱਠੇ ਹੋ ਕੇ ਸਲਾਹ ਬਣਾਈ ਹੈ ਕਿ ਜਿਹੜਾ ਇਹ ਰਾਸ਼ਟਰਪਤੀ ਹੈ ਨਾ, ਇਹ ਬੰਦਾ ਠੀਕ ਨਹੀਂ ਹੈ ਬਈ, ਇਹਨੂੰ ਆਪਾਂ ਨੇ ਕੱਢਣਾ, ਹੈ ਨਾ। ਤਾਂ ਇਹ 100 ਮੈਂਬਰ ਫਿਰ ਕੀ ਕਰਨਗੇ? ਇਹ 100 ਮੈਂਬਰ ਨਾ, ਯਾਨੀ 1/4 ਹੋ ਗਏ, ਇਹ 100 ਮੈਂਬਰ ਫਿਰ ਇੱਕ ਪ੍ਰਸਤਾਵ ਬਣਾਉਣਗੇ, ਹੈ ਨਾ। ਇੱਕ ਰੈਜ਼ੋਲੂਸ਼ਨ ਇਹ ਤਿਆਰ ਕਰਨਗੇ, ਮੰਨ ਲਓ ਇੱਕ ਕੋਈ ਲੈਟਰ ਹੀ ਸਮਝ ਲਓ ਯਾਰ ਤੁਸੀਂ, ਹੈ ਨਾ। ਇੱਕ ਲੈਟਰ ਤਿਆਰ ਕਰਨਗੇ, ਉਹਦੇ 'ਤੇ ਲਿਖਣਗੇ ਕਿ ਇਹ ਜਿਹੜਾ ਬੰਦਾ ਹੈ ਰਾਸ਼ਟਰਪਤੀ, ਹੈ ਨਾ, ਇਹ ਬੰਦਾ ਠੀਕ ਨਹੀਂ ਹੈ ਬਈ, ਇਹਨਾਂ ਨੂੰ ਆਪਾਂ ਨੇ ਕੱਢਣਾ, ਇਹਨੇ ਇਹ ਕਰਤਾ, ਹੈ ਨਾ। ਤਾਂ ਫਿਰ ਉਹ 100 ਬੰਦੇ ਕੀ ਕਰਨਗੇ, ਜਿਹੜੇ ਵੀ ਹਾਊਸ ਦੇ ਹੈਗੇ ਨੇ ਉਹ, ਹੈ ਨਾ, 1/4 ਮੈਂਬਰ ਜਿਹੜੇ ਵੀ ਹਾਊਸ ਦੇ ਨੇ, ਭਾਵੇਂ ਉਹ ਰਾਜ ਸਭਾ ਦੇ ਸੀਗੇ, ਭਾਵੇਂ ਉਹ ਲੋਕ ਸਭਾ ਦੇ, ਉਹ ਆਪਣੇ ਹੈੱਡ ਨੂੰ ਦੇਣਗੇ। ਮੰਨ ਲਓ ਰਾਜ ਸਭਾ 'ਚ ਕੌਣ ਹੁੰਦਾ? ਰਾਜ ਸਭਾ 'ਚ ਚੇਅਰਮੈਨ ਹੁੰਦਾ ਬਈ, ਇਹ ਮੈਂ ਤੁਹਾਨੂੰ ਇੱਥੇ ਦੱਸ ਰਿਹਾ, ਬਾਕੀ ਇਹਨੂੰ ਜਿਹੜਾ ਰਾਜ ਸਭਾ ਲੋਕ ਸਭਾ ਆਪਾਂ ਡਿਟੇਲ 'ਚ ਅੱਗੇ ਕਰਾਂਗੇ। ਤਾਂ ਉਹ ਆਪਣੇ ਚੇਅਰਮੈਨ ਨੂੰ, ਜਾਂ ਇੱਥੇ ਸਪੀਕਰ ਹੁੰਦਾ ਉਹਨੂੰ ਦੇਣਗੇ, ਠੀਕ ਹੈ। ਫਿਰ ਉਹ ਦੇਖੂਗਾ ਕਿ ਬਈ ਇਹ ਕਿਹੜਾ ਪ੍ਰਸਤਾਵ ਦਿਆ ਇਹਨਾਂ ਨੇ, ਤਾਂ ਉਹ ਦੇਖੂਗਾ ਕਿ ਇਹ ਬੰਦੇ ਕਹਿ ਰਹੇ ਆ ਵੀ ਰਾਸ਼ਟਰਪਤੀ ਨੂੰ ਕੱਢਣਾ ਆਪਾਂ ਨੇ, ਹੈ ਨਾ। ਫਿਰ ਉਹ ਕੀ ਕਰੂਗਾ, ਜਿਹੜਾ ਵੀ ਇਹਦਾ ਹੈੱਡ ਹੋਊਗਾ ਰਾਜ ਸਭਾ ਜਾਂ ਲੋਕ ਸਭਾ ਦਾ, ਉਹ ਉਸ ਪ੍ਰਸਤਾਵ ਨੂੰ ਨਾ ਸਾਰੇ ਮੈਂਬਰਾਂ ਦੇ ਸਾਹਮਣੇ ਰੱਖ ਦੂਗਾ ਕਿ ਦੇਖੋ ਬਈ ਇਹ 100 ਬੰਦੇ, ਇਹ 1/4 ਬੰਦੇ ਨੇ ਜਿਹੜੇ, ਇਹ ਕਹਿ ਰਹੇ ਨੇ ਕਿ ਆਪਾਂ ਨੇ ਇਸ ਰਾਸ਼ਟਰਪਤੀ ਨੂੰ ਕੱਢਣਾ, ਤਾਂ ਤੁਸੀਂ ਦੱਸੋ ਵੀ ਕੱਢਣਾ ਕਿ ਨਹੀਂ ਕੱਢਣਾ। ਫਿਰ ਉਹ ਸਾਰੇ ਬੰਦੇ ਕੀ ਕਰਨਗੇ, ਵੋਟ ਕਰਨਗੇ ਨਾ, ਜਾਂ ਉਹ ਹਾਂ ਕਹਿਣਗੇ ਜਾਂ ਉਹ ਨਾ ਕਹਿਣਗੇ, ਹੈ ਨਾ। ਯਾਨੀ ਵੋਟਿੰਗ ਹੋਊਗੀ, ਠੀਕ ਹੈ। ਇੱਥੇ ਤੱਕ ਕਲੀਅਰ ਹੈ ਤੁਹਾਨੂੰ? ਇਹ ਦੱਸੋ, ਠੀਕ ਹੈ ਨਾ। ਮੈਂ ਦੁਬਾਰੇ ਦੱਸ ਦਿੰਦਾ, ਦੇਖੋ ਰਾਜ ਸਭਾ ਭਾਵੇਂ ਲੋਕ ਸਭਾ, ਇੱਥੋਂ ਪ੍ਰੋਸੈਸ ਸ਼ੁਰੂ ਹੋ ਸਕਦਾ ਹੈ। ਸ਼ਰਤ ਕੀ ਹੈ? 1/4 ਮੈਂਬਰ ਨੇ ਜਿਹੜੇ, ਉਹ ਪ੍ਰਸਤਾਵ ਲੈ ਕੇ ਆਉਣਗੇ ਕਿ ਰਾਸ਼ਟਰਪਤੀ ਨੂੰ ਆਪਾਂ ਨੇ ਕੱਢਣਾ ਹੈ ਨਾ। ਫਿਰ ਉਹ ਪ੍ਰਸਤਾਵ ਹੈ ਜਿਹੜਾ, ਉਹ ਸਾਰੇ ਮੈਂਬਰਾਂ ਦੇ ਅੱਗੇ ਰੱਖਿਆ ਜਾਊਗਾ। ਜੇ ਉਹ ਲੋਕ ਸਭਾ ਤੋਂ ਸ਼ੁਰੂ ਹੋਇਆ ਸੀਗਾ ਤਾਂ ਲੋਕ ਸਭਾ ਦੇ ਸਾਰੇ ਮੈਂਬਰਾਂ ਅੱਗੇ ਰੱਖਿਆ ਜਾਊਗਾ, ਜੇ ਰਾਜ ਸਭਾ ਤੋਂ ਸ਼ੁਰੂ ਹੋਇਆ ਸੀਗਾ ਤਾਂ ਉਹ ਰਾਜ ਸਭਾ ਦੇ ਸਾਰੇ ਮੈਂਬਰਾਂ ਦੇ ਅੱਗੇ ਰੱਖਿਆ ਜਾਊਗਾ। ਫਿਰ ਸਾਰੇ ਮੈਂਬਰ ਕੀ ਕਰਨਗੇ? ਵੋਟ ਕਰਨਗੇ, ਹੈ ਨਾ। ਹੁਣ ਵੋਟ ਕਰਨਗੇ ਜੇ ਉਹ ਪ੍ਰਸਤਾਵ ਹੈ ਜਿਹੜਾ, ਹੈ ਨਾ, ਉਹ 2/3 ਬਹੁਮਤ ਦੇ ਨਾਲ ਪਾਸ ਹੋ ਜੇ, ਹੈ ਨਾ। ਯਾਨੀ ਕਿ 300 ਬੰਦਿਆਂ 'ਚ 200 ਬੰਦੇ ਨੇ ਕਹਿਤਾ ਵੀ ਹਾਂ ਕੱਢੋ, ਇਹਨੂੰ ਕੱਢੋ, ਠੀਕ ਹੈ ਨਾ। ਤਾਂ ਯਾਨੀ ਕਿ ਉਹ ਪਾਸ ਹੋ ਗਿਆ, ਠੀਕ ਹੈ ਨਾ। ਹੁਣ ਜਦੋਂ ਇੱਕ ਸਦਨ ਪਾਸ ਕਰ ਦਿੰਦੇ ਨਾ, ਤਾਂ ਪਾਸ ਹੋਣ ਤੋਂ ਬਾਅਦ ਉਹ ਦੂਜੇ ਸਦਨ 'ਚ ਜਾਂਦਾ। ਮੰਨ ਲਓ ਰਾਜ ਸਭਾ ਨੇ ਪਾਸ ਕਰਤਾ, ਫਿਰ ਉਹ ਕਿੱਥੇ ਜਾਊਗਾ? ਲੋਕ ਸਭਾ। ਜੇ ਲੋਕ ਸਭਾ ਤੋਂ ਸ਼ੁਰੂ ਹੋਇਆ ਸੀਗਾ ਤਾਂ ਲੋਕ ਸਭਾ ਨੇ ਪਾਸ ਕਰਨ ਤੋਂ ਬਾਅਦ ਕਿੱਥੇ ਜਾਊਗਾ? ਰਾਜ ਸਭਾ। ਯਾਨੀ ਇੱਕ ਸਦਨ ਨੇ ਪ੍ਰਸਤਾਵ ਨੂੰ ਪਾਸ ਕਰਤਾ 2/3 ਬਹੁਮਤ ਦੇ ਨਾਲ, ਫਿਰ ਦੂਜੇ ਸਦਨ ਕੋਲ ਗਿਆ, ਉਹਨੇ ਵੀ 2/3 ਬਹੁਮਤ ਦੇ ਨਾਲ ਪਾਸ ਕਰਤਾ। ਉਹਦੇ ਪਾਸ ਕਰਨ ਦੇ ਸੰਦਾਰ ਹੀ, ਮਤਲਬ ਉਹਦੇ ਪਾਸ ਕਰਨ ਸੰਦਾਰ ਹੀ ਉਹ ਜਿਹੜਾ ਰਾਸ਼ਟਰਪਤੀ ਹੈ ਉਹ ਇੰਪੀਚਡ ਹੋ ਗਿਆ, ਯਾਨੀ ਉਹ ਨਿਕਲ ਗਿਆ ਬਾਈ ਪੋਸਟ ਤੋਂ। ਕਲੀਅਰ ਹੈ? ਸਮਝੇ ਗੱਲ?
ਪ੍ਰੋਸੈਸ ਹੈ ਜਿਹੜਾ ਉਹ ਕਿਦੋਂ ਵੀ ਸ਼ੁਰੂ ਹੋ ਸਕਦਾ ਹੈ, ਰਾਜ ਸਭਾ ਜਾਂ ਲੋਕ ਸਭਾ ਤੋਂ। ਬਸ 1/4 ਮੈਂਬਰ ਹੈ ਉਹ ਪ੍ਰਸਤਾਵ ਲੈ ਕੇ ਆਉਂਦੇ ਆ, ਫਿਰ ਸਾਰੇ ਮੈਂਬਰਾਂ ਦੇ ਅੱਗੇ ਰੱਖਿਆ ਜਾਂਦਾ ਹੈ, ਸਾਰੇ ਮੈਂਬਰ 2/3 ਬਹੁਮਤ ਦੇ ਨਾਲ ਉਹਨੂੰ ਪਾਸ ਕਰਦੇ ਨੇ, ਫਿਰ ਉਹ ਦੂਜੇ ਸਦਨ 'ਚ ਜਾਂਦਾ, ਦੂਜੇ ਸਦਨ ਵਾਲੇ ਵੀ 2/3 ਬਹੁਮਤ ਨਾਲ ਪਾਸ ਕਰਦੇ ਨੇ। ਜੇ ਪਾਸ ਹੋ ਗਿਆ ਤਾਂ ਰਾਸ਼ਟਰਪਤੀ ਨਿਕਲ ਜੂਗਾ, ਜੇ ਨਹੀਂ ਪਾਸ ਹੋਇਆ ਤਾਂ ਰਾਸ਼ਟਰਪਤੀ ਨਹੀਂ ਨਿਕਲੂਗਾ ਬਈ, ਸਿੰਪਲ ਜੀ ਗੱਲ ਹੈ। 2/3 ਬਹੁਮਤ ਚਾਹੀਦਾ ਹੀ ਚਾਹੀਦਾ, ਠੀਕ ਹੈ ਨਾ। ਇਹ ਪ੍ਰੋਸੈਸ ਸਮਝ ਆਇਆ? ਠੀਕ ਹੈ। ਇਸ ਪ੍ਰੋਸੈਸ ਦੇ ਨਾਲ ਜੁੜੇ ਹੋਏ ਕੁਝ ਹੋਰ ਪੁਆਇੰਟ ਵੀ ਨੇ, ਜਿਵੇਂ ਰਾਸ਼ਟਰਪਤੀ ਨੂੰ ਨਾ 14 ਦਿਨਾਂ ਦਾ ਐਡਵਾਂਸ ਨੋਟਿਸ ਚਲੇ ਜਾਂਦਾ ਬਾਈ, ਠੀਕ ਹੈ ਨਾ। ਮਤਲਬ ਜਦੋਂ ਵੀ ਰਾਸ਼ਟਰਪਤੀ ਨੂੰ ਕੱਢਣਾ ਹੈ ਨਾ, ਤਾਂ ਰਾਸ਼ਟਰਪਤੀ ਨੂੰ 14 ਦਿਨਾਂ ਦਾ ਐਡਵਾਂਸ ਨੋਟਿਸ ਜਾਂਦਾ ਹੈ ਜਦੋਂ ਵੀ ਇਹ ਕੰਮ ਸ਼ੁਰੂ ਹੁੰਦਾ ਹੈ ਨਾ। ਮਤਲਬ ਉਹਨੂੰ 14 ਦਿਨ ਪਹਿਲਾਂ ਦੱਸ ਦਿਆ ਜਾਂਦਾ ਹੈ ਵੀ ਕਿ ਤੈਨੂੰ ਵੀ ਕੱਢਣ ਦੀ ਤਿਆਰੀ ਚੱਲ ਰਹੀ ਹੈ, ਆਪਣਾ ਬੈਗ ਬੁੱਕ ਪੈਕ ਕਰ ਲਿਆ, ਹੈ ਨਾ, ਠੀਕ ਹੈ। ਤੇ ਇਹ ਪੁਆਇੰਟ ਯਾਦ ਰੱਖਣਾ ਵੀ ਡਾਇਰੈਕਟ ਕੁਐਸਚਨ ਆਉਂਦਾ ਹੈ ਕਿ ਰਾਸ਼ਟਰਪਤੀ ਨੂੰ ਕਿੰਨੇ ਦਿਨਾਂ ਦਾ ਐਡਵਾਂਸ ਨੋਟਿਸ ਜਾਂਦਾ ਹੈ ਇੰਪੀਚਮੈਂਟ ਤੋਂ ਪਹਿਲਾਂ। 14 ਦਿਨਾਂ ਦਾ, ਠੀਕ ਹੈ। 2 ਹਫ਼ਤੇ ਵੀ ਆ ਸਕਦਾ ਹੈ ਆਪਸ਼ਨ 'ਚ, ਠੀਕ ਹੈ। 2 ਵੀਕ ਜਾਂ 14 ਦਿਨ, ਕਲੀਅਰ ਹੈ। ਤੇ ਇਹ ਜਿਹੜਾ ਪ੍ਰੋਸੈਸ ਹੈ ਇੰਪੀਚਮੈਂਟ ਦਾ, ਠੀਕ ਹੈ ਨਾ, ਤਾਂ ਜਦੋਂ ਇਹ ਪ੍ਰੋਸੈਸ ਹੁੰਦਾ ਹੈ ਨਾ, ਕਾਰਵਾਈ ਹੁੰਦੀ ਹੈ, ਪ੍ਰਸਤਾਵ ਲੈ ਕੇ ਆਇਆ ਗਿਆ, ਵੋਟਿੰਗ ਹੋ ਰਹੀ ਹੈ, ਸਾਰੇ MP ਵੋਟ ਪਾ ਰਹੇ ਨੇ, ਹੈ ਨਾ। ਤਾਂ ਇੱਕ ਪੁਆਇੰਟ ਇਹ ਵੀ ਯਾਦ ਰੱਖਣਾ ਹੈ ਬਈ, ਜਦੋਂ ਆਪਾਂ ਨੇ ਦੇਖਿਆ ਵੀ ਰਾਸ਼ਟਰਪਤੀ ਦਾ ਇਲੈਕਸ਼ਨ ਹੋਇਆ, ਹੈ ਨਾ, ਰਾਸ਼ਟਰਪਤੀ ਦੇ ਇਲੈਕਸ਼ਨ ਵਿੱਚ ਸਾਰੇ MP ਤੇ MLA ਨੇ ਵੋਟ ਪਾਈ ਹੈ ਨਾ। ਪਰ ਜਦੋਂ ਆਪਾਂ ਨੂੰ ਕੱਢ ਰਹੇ ਹਾਂ ਨਾ, MLA ਦੀ ਕੋਈ ਵੈਲਿਊ ਨਹੀਂ ਹੈ ਬਈ, MLA ਨੂੰ ਕਿਸੇ ਨੇ ਨਹੀਂ ਪੁੱਛਿਆ, ਕਲੀਅਰ ਹੈ। ਤੇ ਜਦੋਂ ਇਲੈਕਸ਼ਨ ਹੋਇਆ ਸੀ ਉਸ ਟਾਈਮ ਸਿਰਫ ਇਲੈਕਟਡ MP ਸੀਗੇ, ਹੈ ਨਾ, ਚੁਣੇ ਹੋਏ, ਯਾਨੀ ਜਿਹੜੇ ਨੋਮੀਨੇਟ ਹੁੰਦੇ ਨੇ ਉਹ ਨਹੀਂ ਸੀਗੇ। ਆਪਾਂ ਨੇ ਪੜ੍ਹਿਆ ਨਾ, ਇੱਥੇ ਦੇਖੋ ਸਿਰਫ ਚੁਣੇ ਹੋਏ, ਇਹ ਦੇਖੋ ਸਿਰਫ ਚੁਣੇ ਹੋਏ ਮੈਂਬਰਾਂ ਨੇ ਵੋਟ ਪਾਈ ਹੈ। ਬਟ ਜਦੋਂ ਉਹਨੂੰ ਕੱਢਣ ਦੀ ਵਾਰੀ ਆਈ ਹੈ ਨਾ, ਤਾਂ ਸਾਰੇ MPਆਂ ਨੇ ਵੋਟ ਪਾਈ ਹੈ, ਚੁਣੇ ਹੋਏ ਨੇ ਵੀ ਤੇ ਨੋਮੀਨੇਟ ਹੋਏ ਨੇ ਵੀ, ਠੀਕ ਹੈ ਨਾ। ਯਾਨੀ ਜਦੋਂ ਮਾੜਾ ਟਾਈਮ ਆਇਆ ਸਾਰੇ ਇਕੱਠੇ ਹੋ ਗਏ, ਠੀਕ ਹੈ, ਕਲੀਅਰ ਹੈ। ਜਦੋਂ ਚੁਣਾਵ ਹੋਇਆ ਸੀਗਾ ਤਾਂ ਸਿਰਫ ਚੁਣੇ ਹੋਏ MP ਤੇ ਚੁਣੇ ਹੋਏ MLA ਸੀ। ਜਦੋਂ ਕੱਢਣ ਦੀ ਵਾਰੀ ਆਈ, MLA ਨੂੰ ਕਿਸੇ ਨੇ ਪੁੱਛਿਆ ਨਹੀਂ, MLA ਬਾਹਰ ਹੋ ਗਏ ਤੇ ਸਾਰੇ MPਆਂ ਨੇ ਇਕੱਠੇ ਹੋ ਕੇ ਇਹਨੂੰ ਕੱਢਤਾ, ਠੀਕ ਹੈ। ਇੱਕ ਤਾਂ ਇਹ ਪੁਆਇੰਟ ਵੀ ਯਾਦ ਰੱਖਣਾ ਹੈ। ਬਾਕੀ ਇੱਕ ਪੁਆਇੰਟ ਹੋਰ ਹੈ, ਜਦੋਂ ਇਹ ਪ੍ਰੋਸੈਸ ਚੱਲਦਾ ਹੈ ਨਾ ਸਾਰਾ ਦਾ ਸਾਰਾ, ਰਾਸ਼ਟਰਪਤੀ ਨੂੰ ਮਤਲਬ ਇਜਾਜ਼ਤ ਹੈ ਕਿ ਉਹ ਵੀ ਪ੍ਰੋਸੈਸ ਨੂੰ ਦੇਖ ਸਕਦਾ ਹੈ ਨਾ, ਉਹ ਇੱਥੇ ਹਾਜ਼ਰ ਰਹਿ ਸਕਦਾ, ਠੀਕ ਹੈ ਨਾ, ਉਹ ਇਸ ਪ੍ਰੋਸੈਸ ਨੂੰ ਦੇਖ ਸਕਦਾ, ਕਲੀਅਰ ਹੈ। ਇਹ ਵੀ ਪੁਆਇੰਟ ਯਾਦ ਰੱਖਣਾ ਹੈ। ਉਹ ਸੁਣਵਾਈ ਦੇ ਦੌਰਾਨ ਜਦੋਂ ਵੀ ਇਹ ਚੱਲ ਰਿਹਾ ਹੈ ਕੰਮ, ਹੈ ਨਾ, ਉਹ ਇੱਥੇ ਹਾਜ਼ਰ ਹੋਊਗਾ, ਉਹਦੀ ਮਰਜ਼ੀ ਹੈ, ਮਤਲਬ ਨਹੀਂ ਵੀ ਹੋ ਸਕਦਾ, ਹੋ ਵੀ ਸਕਦਾ, ਹੈ ਨਾ। ਉਹ ਦੇਖ ਸਕਦਾ ਹੈ ਵੀ ਕਿਹੜਾ ਨਾਲ ਖੜਿਆ, ਕਿਹੜਾ ਨਹੀਂ ਖੜਿਆ, ਹੈ ਨਾ, ਮਾੜੇ ਟਾਈਮ ਦੇ ਵਿੱਚ, ਠੀਕ ਹੈ। ਚਲੋ ਇਹ ਸਾਰੇ ਪੁਆਇੰਟ ਹੋ ਗਏ ਕਲੀਅਰ। ਬਾਕੀ ਹੋਰ ਫੈਕਟ ਦੇਖ ਲੈਂਦੇ ਆ ਰਾਸ਼ਟਰਪਤੀ ਬਾਰੇ। ਜਿਵੇਂ ਕਾਰਜਕਾਲ ਉਹਦਾ 5 ਸਾਲ ਦਾ ਹੁੰਦਾ, ਹੈ ਨਾ, ਤੇ ਜੇ ਉਹਨੇ ਅਸਤੀਫਾ ਦੇਣਾ ਹੈ ਕਿਹਨੂੰ ਦੇਊਗਾ? ਉਪ ਰਾਸ਼ਟਰਪਤੀ ਨੂੰ ਦੇਊਗਾ ਅਸਤੀਫਾ, ਠੀਕ ਹੈ ਬਈ। ਤੇ ਮੰਨ ਲਓ ਜਿਵੇਂ ਰਾਸ਼ਟਰਪਤੀ ਹੈ ਨਾ, ਰਾਸ਼ਟਰਪਤੀ ਦੀ ਅਚਾਨਕ ਡੈਥ ਹੋ ਜੇ ਤਾਂ ਉਹਦਾ ਆਫਿਸ ਖਾਲੀ ਹੋ ਜਾਊਗਾ, ਹੈ ਨਾ। ਤਾਂ ਡੈਥ ਹੋਣ ਤੋਂ ਬਾਅਦ ਜਿਹੜਾ ਉਹਨਾਂ ਦਾ ਆਫਿਸ ਹੈ ਉਹ ਕੰਮਕਾਰ ਕੌਣ ਸੰਭਾਲੂਗਾ? ਉਹ ਕੰਮਕਾਰ ਸਾਰਾ ਸੰਭਾਲੂਗਾ ਬਈ ਉਪ ਰਾਸ਼ਟਰਪਤੀ, ਵਾਈਸ ਪ੍ਰੈਜ਼ੀਡੈਂਟ, ਠੀਕ ਹੈ ਨਾ। ਵਾਈਸ ਪ੍ਰੈਜ਼ੀਡੈਂਟ ਕੰਮਕਾਰ ਸੰਭਾਲੂਗਾ। ਬਟ ਇਹਦਾ ਇਹ ਮਤਲਬ ਨਹੀਂ ਕਿ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਉਹ ਪ੍ਰੈਜ਼ੀਡੈਂਟ ਬਣ ਗਿਆ, ਪ੍ਰੈਜ਼ੀਡੈਂਟ ਨਹੀਂ ਉਹ ਬਣਿਆ, ਉਹ ਸਿਰਫ ਉਹਦਾ ਆਫਿਸ ਸੰਭਾਲ ਰਿਹਾ, ਠੀਕ ਹੈ ਨਾ। ਉਹਨੂੰ ਆਪਾਂ ਪ੍ਰੈਜ਼ੀਡੈਂਟ ਨਹੀਂ ਕਹਿ ਸਕਦੇ, ਠੀਕ ਹੈ। ਪ੍ਰੈਜ਼ੀਡੈਂਟ ਤਾਂ ਉਹੀ ਹੋਊਗਾ ਬਈ ਜਿਹਨੇ ਇਲੈਕਸ਼ਨ ਜਿੱਤਿਆ ਤੇ ਉਹਨੂੰ ਬਕਾਇਦਾ ਰਾਸ਼ਟਰਪਤੀ ਬਣਾਇਆ ਗਿਆ, ਹੈ ਨਾ। ਇਹ ਨਹੀਂ ਹੈ ਕਿ ਉਹਦੀ ਡੈਥ ਹੋ ਗਈ ਚੱਕ ਕੇ ਵਾਈਸ ਪ੍ਰੈਜ਼ੀਡੈਂਟ ਨੂੰ ਪ੍ਰੈਜ਼ੀਡੈਂਟ ਬਣਾਤਾ, ਇੱਦਾਂ ਨਹੀਂ ਹੁੰਦਾ, ਠੀਕ ਹੈ ਨਾ। ਤਾਂ ਰਾਸ਼ਟਰਪਤੀ ਦੀ ਡੈਥ ਹੋ ਗਈ ਤਾਂ ਉਪ ਰਾਸ਼ਟਰਪਤੀ ਕੰਮਕਾਰ ਦੇਖੂਗਾ। ਹੁਣ ਜੇ ਉਪ ਰਾਸ਼ਟਰਪਤੀ ਦੀ ਵੀ ਡੈਥ ਹੋ ਜੇ ਫਿਰ ਬਈ ਆਪਣਾ ਜਿਹੜਾ ਚੀਫ ਜਸਟਿਸ ਆਫ ਇੰਡੀਆ ਹੁੰਦਾ ਨਾ, ਉਹ ਸਾਰਾ ਕੰਮਕਾਰ ਦੇਖਦਾ, ਸਮਝਿਓ ਗੱਲ। ਰਾਸ਼ਟਰਪਤੀ ਦੀ ਡੈਥ ਹੋ ਗਈ ਤਾਂ ਉਪ ਰਾਸ਼ਟਰਪਤੀ ਸਾਰਾ ਕੰਮਕਾਰ ਦੇਖੂਗਾ। ਹੁਣ ਜੇ ਉਪ ਰਾਸ਼ਟਰਪਤੀ ਦੀ ਵੀ ਡੈਥ ਹੋ ਜੇ ਜਾਂ ਉਪ ਰਾਸ਼ਟਰਪਤੀ ਮਨਾ ਕਰ ਦੇ ਕਿ ਵੀ ਮੈਂ ਨਹੀਂ ਦੇਖਣਾ, ਠੀਕ ਹੈ ਨਾ, ਤਾਂ ਫਿਰ ਜਿਹੜਾ ਆਪਣੀ ਸੁਪਰੀਮ ਕੋਰਟ ਹੈ, ਸੁਪਰੀਮ ਕੋਰਟ ਦਾ ਜਿਹੜਾ ਸਭ ਤੋਂ ਵੱਡਾ ਜੱਜ ਹੁੰਦਾ ਹੈ ਚੀਫ ਜਸਟਿਸ ਆਫ ਇੰਡੀਆ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਸਾਰਾ ਕੰਮਕਾਰ ਦੇਖਦਾ ਬਈ, ਠੀਕ ਹੈ। ਤੇ ਜਿਹੜੇ ਇਲੈਕਸ਼ਨ ਨੇ, ਹੈ ਨਾ, ਉਹ 6 ਮਹੀਨੇ ਤੋਂ ਪਹਿਲਾਂ ਹੋ ਜਾਣੇ ਚਾਹੀਦੇ ਨੇ, ਠੀਕ ਹੈ। ਰਾਸ਼ਟਰਪਤੀ ਦੀ ਪੋਸਟ ਖਾਲੀ ਹੋ ਗਈ ਤਾਂ 6 ਮਹੀਨੇ ਤੋਂ ਪਹਿਲਾਂ ਜਿਹੜੇ ਇਲੈਕਸ਼ਨ ਨੇ ਉਹ ਹੋ ਜਾਣੇ ਚਾਹੀਦੇ ਨੇ, ਕਲੀਅਰ ਹੈ। ਬਾਕੀ ਜਿਹੜੇ ਇੰਪੀਚਮੈਂਟ ਦਾ ਪ੍ਰੋਸੈਸ ਹੈ ਇਹਨੂੰ ਆਪਾਂ ਕੁਆਸੀ ਜੁਡੀਸ਼ੀਅਲ ਪ੍ਰੋਸੈਸ ਵੀ ਬੋਲਦੇ ਨੇ, ਅਰਧ ਨਿਆਇਕ ਪ੍ਰਕਿਰਿਆ, ਠੀਕ ਹੈ ਨਾ। ਇੱਕ ਡਾਇਰੈਕਟ ਕੁਐਸਚਨ ਆਉਂਦਾ ਬਈ ਇੰਪੀਚਮੈਂਟ ਦਾ ਪ੍ਰੋਸੈਸ ਕਿਹੋ ਜਿਹਾ ਹੈ, ਤਾਂ ਉਹ ਕੁਆਸੀ ਜੁਡੀਸ਼ੀਅਲ ਪ੍ਰੋਸੈਸ ਹੈ, ਠੀਕ ਹੈ। ਪੂਰੀ ਤਰ੍ਹਾਂ ਨਿਆਇਕ ਨਹੀਂ ਹੈ, ਅਰਧ ਨਿਆਇਕ ਹੈ, ਠੀਕ ਹੈ, ਕਿਉਂਕਿ ਇਸ ਦੇ ਵਿੱਚ ਰਾਸ਼ਟਰਪਤੀ ਜਿਹੜਾ ਉਹ ਹਾਜ਼ਰ ਰਹਿੰਦਾ ਹੈ, ਠੀਕ ਹੈ ਨਾ। ਤੇ ਇੱਕ ਰਾਸ਼ਟਰਪਤੀ ਆਪਣੇ ਇੰਡੀਆ 'ਚ ਕਿੰਨੀ ਵਾਰ ਬਣ ਸਕਦਾ ਹੈ ਬੰਦਾ? ਕਿੰਨੀ ਮਰਜ਼ੀ ਵਾਰ ਬਣ ਜੇ ਬਈ, ਹੈ ਨਾ। ਰੀ ਇਲੈਕਸ਼ਨ ਲਈ ਉਹ ਐਲੀਜੀਬਲ ਹੈ,
भावें 2 बार बने, 3 बार, 4 बार, ठीक है ना, किन्नी भी बार वो बन सकता है ना। उपर मैक्सीमम एज भी कोई नहीं हैगी, है ना। भावें 90 साल का, भावें 190 साल का, कोई चक्कर नहीं बई, है ना, बन सकता है जिन्नी मर्जी बार बन जाए, भावें 20 बार बन जाए। बट USA च ऐदा नहीं हैगा, पता ना थोनों। USA च मैक्सीमम 2 बार बन सकता बई राष्ट्रपति, कोई भी बंदा है, ठीक है। जिमें ओबामा सीगा, है ना, ओबामा 2 बार बनया ना, तीजी बार नहीं बनया, तो ऐदा है, ठीक है। ये कुछ फैक्ट ने। नैक्सट फिर देखते हैं बई पावर्स ऑफ प्रेजिडेंट कोल की पावर ने अपने देश, है ना। देखो बई, अपनी भारत सरकार के जिन्ने भी तुसी कह सकते हो एग्जीक्यूटिव एक्शनस ने, है ना, सारे काम जिहड़े भी अपनी गौरमेंट ऑफ इंडिया कर रही है, कोई भी बिल पास हो रहा है ना, कोई भी आप किसी नाल संधि कर रहे हैं, कोई समझौता भावें किसी देश नाल कर रहे हैं ना, कुछ भी कर रहे हैं, वो सारा कुछ राष्ट्रपति के नाम से हो रहा है, ठीक है ना। सब कुछ किहदे नाम से हो रहा है? राष्ट्रपति के नाम से। भावें अपने अमेरिका के नाल कोई संधि करी, समझौता कराया, है ना, कुछ भी कराया, वो सारा राष्ट्रपति के नाम से ही होगा। क्लीयर है, ठीक है ना। राष्ट्रपति ही नियुक्तियां करता है, प्राइम मिनिस्टर की भी, बाकी सारे मिनिस्टर्स की भी, गवर्नर की भी, है ना। ये देखो अगे आ गया, राष्ट्रपति अपॉइंट करता है अटॉर्नी जनरल ऑफ इंडिया, कंट्रोलर एंड ऑडिटर जनरल ऑफ इंडिया, है ना। इलैक्शन कमीशन का चेयरमैन है, बाकी सारे कमीशन ने, UPSC का चेयरमैन, गवर्नर हो गए, फाइनैंस कमीशन का चेयरमैन, ठीक है। थोनों कोई भी यार सिंपल जी गल है, नैशनल लैवल पर अगर कोई चेयरमैन है, कोई आयोग है ना, कोई वो है भी, वो नियुक्ति कौन कर रहा है? राष्ट्रपति कर रहा है भाई, ठीक है ना। चीफ जस्टिस ऑफ इंडिया की नियुक्ति कौन कर रहा है? जजां की नियुक्ति कौन कर रहा है? राष्ट्रपति, ठीक है। ये सिंपल जी ट्रिक है। जो नैशनल लैवल की तुहानूं कोई पोस्ट पूछी होवे, है ना, कोई आयोग नैशनल लैवल का, किसी राज्य की गल नहीं है ना, पंजाब हरियाणे की नहीं, देश की आपां गल कर रहे हैं। कुछ पूछा होवे इसकी नियुक्ति कौन करेगा, जो तुहानूं नहीं पता लग रहा, तुहानूं नहीं पता भी कौन करेगा, जो ऑप्शन दे विच राष्ट्रपति तुहानूं मिलदा ना, चुपचाप उहदे ते तुक्का मार दो, 99% चांस ने कि वो ठीक हो जाऊगा, ठीक है ना। क्योंकि ज़्यादातर जी नियुक्तियां ने वो राष्ट्रपति द्वारा ही हो रही ने, ठीक है ना। इस तो इलावा देश च कोई भी कमीशन है ना, कोई भी बोर्ड है, UPSC का बोर्ड हो गया, SSC का बोर्ड हो गया, जो भी ने, है ना, उन्होंने सारिਆਂ दे जिहड़े भी चेयरमैन ने, सब की नियुक्ति कौन करता है? राष्ट्रपति ही करता है। SC ST अदर बैकवर्ड क्लासिस के जिन्ने भी कमीशन बनते हैं, आयोग बनते हैं, सब की नियुक्ति कौन करता है? राष्ट्रपति ही करता है, ठीक है। इस तो इलावा अपने जिवें इंडिया की अंबैसियां ने, है ना, हर एक कंट्री च अपनी अंबैसी है ना, तो उन्होंने अंबैसियां जिहड़े अपने राजदूत ने, है ना, इंडिया के, उन्होंने नियुक्ति भी राष्ट्रपति करता है। विदेशों के इंडिया के जोड़े अंबैसडर्स होंगे ने, है ना, राजदूत, उन्होंने नियुक्ति भी कौन करता है? राष्ट्रपति ही करता है, ठीक है। बाकी राष्ट्रपति के कोल होर भी काफ़ी पावर्स ने, जिमें वो किसी भी एरिए नूं शेड्यूल एरिया घोषित कर सकता है ना। ये डायरैक्ट क्वेश्चन बनता है बई, ये सब इंस्पैक्टर के एग्जाम से डायरैक्ट आया हुआ सीगा कि किहदे कोल पावर है किसी भी एरिए नूं शेड्यूल एरिया घोषित करने की? राष्ट्रपति कोल पावर है बई, है ना। तो ये सारे याद रखने ने बई आपां ने। इस तो इलावा होर देख लेंगे, जो राष्ट्रपति है वो अपनी संसद का अभिन्न अंग है ना, इंटीग्रल पार्ट है। मैं तुहानूं पहले ही दस्सिया सीगा भी अपनी जी पार्लीमेंट है वो 3 भाग ने, एक प्रेजिडेंट हो गया, है ना, तो उस तो बाद राज्यसभा होगी, एक लोक सभा होगी, ये 3 पिलर ने अपनी पार्लीमेंट के, ठीक है। तो राष्ट्रपति ही समन भेजदा ते प्रोरोग्यू करता है अपनी पार्लीमेंट में। समन भेजना होंदा है बुलाना, तो प्रोरोग्यू का मतलब है करना, मुलतवी करना, मतलब सस्पेंड करना, है ना। मुलतवी मतलब रद्द करना, इदा कर सकते हो ना। तो पार्लीमेंट नूं, संसद नूं समन भी यही भेजदा ते प्रोरोग्यू भी यही करता है राष्ट्रपति। ये डायरैक्ट क्वेश्चन बनते हैं बई कि पार्लीमेंट नूं समन कौन करता है, पार्लीमेंट नूं प्रोरोग्यू कौन करता है, लोक सभा नूं डिजोल्व कौन करता है? प्रेजिडेंट करता है, ठीक है ना, सारा कुछ। इस तो इलावा जिहड़े अपनी राज्यसभा ते लोक सभा ने, दोनों नूं आपां इकट्ठे बिठा सकते हैं, उन्होंने आपां जॉइंट सीटिंग बोलते हैं, ठीक है ना, जॉइंट सीटिंग। जॉइंट सीटिंग बुलाने वास्ते भी राष्ट्रपति ही समन भेजता है, ठीक है। ये सारे पॉइंट बई पहला पेपरों से पूछे गए हैं कि जॉइंट सीटिंग वास्ते समन कौन भेजता है, ठीक है ना, पार्लीमेंट को समन कौन भेजता है, प्रोरोग्यू कौन करता है, लोक सभा को डिजोल्व कौन करता है, लोक सभा को भंग कौन कर सकता है ना। इदा करके ये सारे क्वेश्चन आ चुके हैं। ये सारा काम कौन करता है? राष्ट्रपति करता है। बाकी रही गल इन्हां दी लोक सभा, राज्यसभा, पार्लीमेंट, ये नैक्सट वीडियो च आपां डिस्कस करांगे, क्योंकि इस तो बाद अगले सारे टॉपिक यही ने। पहला अपने वाइस प्रेजिडेंट पढ़ना, फिर अपने प्रधानमंत्री पढ़ना, फिर अपने पार्लीमेंट पढ़ना। तो जिन्ना क समझ आ रहा उन्ना बहुत है। अगे की वीडियो च सारा
कवर हो जाऊगा, टेंशन लेने की कोई गल नहीं, ठीक है ना। राष्ट्रपति कोल पावर है बई, वो 12 मैंबर लोक सभा च अपनी मर्जी नाल, 2 मैंबर लोक सभा च अपनी मर्जी नाल भेज सकता है। ये भी पॉइंट आप अगे जो राज्य सभा पढ़ांगे, लोक सभा पढ़ांगे, तद आपां नूं क्लीयर हो जाऊगा कि किहड़े 12 मैंबर हुंदे ने, क्यों करता है, ठीक है ना, किहड़ी फील्ड तो लए जाते हैं, वो सारा कुछ, ठीक है ना, क्लीयर है बई। बाकी ये जो 2 मैंबर लोक सभा वाला, ये तो हुण बंद ही हो गया काम, ठीक है ना, नैक्सट अगे तो, ठीक है, अगे पढ़ांगे आपां इहनूं, ठीक है। उस तो बाद है बई सुपर इंपोर्टेंट आर्टिकल 72। आर्टिकल 72 की है? आर्टिकल 72 है बई राष्ट्रपति दे कोल पावर्स ने पार्डनिंग पावर्स। पार्डनिंग पावर्स मतलब माफ़ करने दी शक्तियाँ, ठीक है ना। राष्ट्रपति की है माफ़ भी कर सकता है। एक टोटल किन्नी ने? 5 ने बई, ठीक है ना। एक होगी पार्डन, है ना, कमीशन, रिमिशन, रेस्पाइट ते रेफरीव, है ना, ये 5 ने। मेन गल तो यही है, थोड़ा डायरैक्ट क्वेश्चन आ जाऊगा कि रेस्पाइट की है बई। एक तरह की समाधान की शक्ति है राष्ट्रपति की, है ना। थोड़ा ना तो ही क्लीयर होना चाहिए कि एक की है, ये सारी की ने समाधान की शक्तियाँ ने, माफ़ करने की शक्तियाँ। आर्टिकल 72 याद रखना है, सुपर इंपोर्टेंट है भाई, ठीक है। हुंदा की है ये डिटेल मैं थोड़ा दस दिंदा, हालांकि कॉन्स्टेबल लैवल के क्वेश्चन बहुत घट आता है। पार्डन की पावर है भी किसी को माफ़ करना, है ना, कंप्लीटली। जिन्होंने पार्डन मिल गया समझ लो बंदा बई कंप्लीटली फ्री हो गया सारे चार्जिस तो, ठीक है ना। भावें किसी देशद्रोह के जुलम च क्यों ना अरैसट कराया हुआ हो, है ना, देशद्रोह का चार्ज ही क्यों ना हो, जे उन्होंने पार्डन मिल गया तो समझो ਉਹਦੇ ਤੇ कोई चार्ज नहीं हैगा। ਉਹਦੀ किन्नी भी वड्डी भावें ਉਹਨੂੰ फांसी की सज़ा हुई भी होवे, ਉਹ भी माफ़ हो जूगी, ਉਹ ਤਾਂ होगी सज़ा माफ़। इस तो इलावा ਜਿਹੜਾ क्रिमिनल ਹੁੰਦਾ देखो, है ना, भावें ਉਹਨੇ सारी सज़ा अपनी पूरी कर ली बट फिर भी ਉਹਦਾ एक क्रिमिनल रिकॉर्ड ਹੁੰਦਾ थाणਿਆਂ 'ਚ, है ना। ਉਹਨੂੰ सारी जिंदगी है ਜਿਹੜੀ प्रॉब्लम फेस होती रहती है क्रिमिनल चार्ज करके, है ना। ਜਿਹਨੂੰ ਬੰਦੇ ਨੂੰ ਪਾਰਡਨ ਮਿਲ ਗਈ ਨਾ, ਉਹਨੂੰ ਸਜ਼ਾ ਤਾਂ ਉਹਦੀ ਸਜ਼ਾ ਤਾਂ ਸਮਝੋ ਮਾਫ ਹੋ ਹੀ ਗਈ। ਇਸ ਤੋਂ ਇਲਾਵਾ ਜਿਹੜਾ ਉਹਦਾ ਰਿਕਾਰਡ ਹੁੰਦਾ ਨਾ, ਉਹ ਵੀ ਕਲੀਨ ਹੋ ਜਾਂਦਾ ਹੈ ਸਾਰਾ, ਮਤਲਬ ਉਹ ਇੱਕ ਆਮ ਬੰਦੇ ਵਾਂਗ ਹੋ ਜਾਂਦਾ ਹੈ, ਠੀਕ ਹੈ ਨਾ, ਬਿਲਕੁਲ ਨੋਰਮਲ ਪਰਸਨ, ਜਿਵੇਂ ਉਹਨੇ ਜ਼ਿੰਦਗੀ 'ਚ ਕਦੇ ਕੁਝ ਕਰੇ ਹੀ ਨਹੀਂ, ਹੈ ਨਾ। ਉਹ ਸਾਰੇ ਦੋਸ਼ਾਂ ਤੋਂ ਵੀ ਮੁਕਤ ਹੋ ਜਾਂਦਾ ਹੈ, ਠੀਕ ਹੈ। ਤਾਂ ਇਹ ਪੁਆਇੰਟ ਵੀ ਯਾਦ ਰੱਖਣਾ ਹੈ ਆਪਾਂ ਨੇ, ठीक है बई। बाकी राष्ट्रपति है वो किसी भी तरह की सज़ा माफ़ कर सकता है, ठीक है ना। थोनू मतलब ना कन्फ्यूज़ करने के लिए इदा पुछ लेंदे हैं कि कोई बंदा है ना, उन्होंने देशद्रोह दा चार्ज ला के अरैसट कराया गया, है ना, या उन्हें आर्मी च इदा कराया सीगा, इदा कराया सी, आर्मी का कोई परसन सी, है ना, उन्होंने देशद्रोह के चार्ज च सस्पेंड कराया गया या कोर्ट मार्शल होया गया, कि उन्होंने राष्ट्रपति माफ़ कर सकता है? हाँ जी कर सकता है बई। थोनू कुछ भी पूछा जाए कि राष्ट्रपति इनू माफ़ कर सकता है, हाँ सारे कर सकता है, ठीक है। राष्ट्रपति किसी को भी माफ़ कर सकता है, तो ये पार्डन हो गया, ठीक है ना। इस तो इलावा कुछ होर भी ने, जिमें ये है दूजे वाला, है ना, कम्यूटेशन है। ये की है कोई मतलब बंदा जिन्होंने कोई सज़ा मिली हुई है ना, वो सज़ा की होगी, वो सज़ा ना घट हो जूगी, है ना। वो सज़ा माफ़ तो नहीं होगी बट की है थोड़ी सज़ा वो माफ़ हो जूगी, जिमें किसी को फांसी की सज़ा हुई भी है ना। फांसी की सज़ा वो तुम कह सकते हो कि आजीवन कारावास विच बदल दी, ठीक है ना। तो सज़ा चेंज करती थोड़ी जी, तो मतलब और की है थोड़ी जी कठोर तो नरम करती, है ना, समझो ना गल। बस ये है ये फांसी की सज़ा नूं लाइफ टाइम इंप्रीजनमेंट च बदलता आजीवन कारावास के विच। दूजा की है रिमिशन, ये की है ये जी सज़ा है ना, वह रूप नहीं चेंज होता, सज़ा थोड़ी घट हो जूगी। मान लो जिमें किसी को 10 साल हुई भी है ना, 10 साल तो घटा के 8 साल कर देंगे, 10 तो 8 कर देंगे, बट सज़ा का रूप नहीं चेंज होया, है ना। उन्होंने सज़ा तो इदा ही रही है, ये रूप चेंज हो गया सी। फांसी तो की करता, डैथ सेंटेंस तो की करता, लाइफ टाइम इंप्रीजनमेंट करती उन्होंने। ये सज़ा का जो रूप से वो चेंज होया, ये रूप नहीं चेंज होया, बस सज़ा घट करती, थोड़ी नरम करती, है ना। इदा याद रखना रख लो बई, नहीं रखना ना रखियो, कोई चक्कर वाली गल नहीं। ये इन्नी डिटेल च आंदा नहीं है क्वेश्चन, ठीक है। कॉन्स्टेबल च तो बिल्कुल नहीं आना, टेंशन फ्री रखो, ठीक है। एक हो गया रेस्पाइट, है ना, ये की है ये मतलब इदा भी कोई जड़ा मतलब जिन्होंने सज़ा मिली हुई है ना, वो कोई बीमार बमूर हो जाए, है ना, मैंटली या उन्होंने कोई प्रॉब्लम आ जाए, है ना, तो वो सज़ा है ना वो थोड़ी जी की है मतलब रोक देंगे उन्होंने सज़ा ना, सज़ा नूं रोक देंगे वो, ठीक है। जिमें या कोई वूमैन हो गई है ना, उन्होंने प्रैगनेंसी के दौरान, है ना, तो इदा करके वो सज़ा है जी घट हो जूगी, है ना। कोई बीमार हो गया, है ना, उन्होंने छेती रिहा कर देंगे इदा करके, ठीक है ना। ये आंदा। बाकी ये है एक रेफरीव, ये की है बई जिमें किसी को फांसी की सज़ा हुई भी है ना, मेनली ये ना ये डैथ सेंटेंस के विच ही लागू होंदी है। किसी को फांसी की सज़ा हुई भी है
ਤੇ ਉਹਨੂੰ ਜੇ ਰੈਪਰੀਵ ਮਿਲ ਗਿਆ ਤਾਂ ਇਹਦਾ ਮਤਲਬ ਹੈ ਉਹਦੀ ਜਿਹੜੀ ਫਾਂਸੀ ਹੈ ਉਹ ਰੁਕ ਜੂ। ਮਤਲਬ ਇਹ ਨਹੀਂ ਹੈ ਕਿ ਉਹਨੂੰ ਫਾਂਸੀ ਕਦੀ ਹੋਣੀ ਨਹੀਂ, ਬਟ ਉਹ ਕੀ ਹੈ ਉਹਨੇ ਅਪੀਲ ਵਗੈਰਾ ਪਾਈ ਹੈ ਕਿ ਮੈਨੂੰ ਮਾफ़ ਕਰ ਦਿੱਤਾ ਜਾਵੇ ਇੱਦਾਂ ਕਰਕੇ ਕੁਛ, ਤਾਂ ਉਹ ਥੋੜ੍ਹੇ ਟਾਈਮ ਵਾਸਤੇ ਰੁਕ ਜੂਗੀ ਸਜ਼ਾ। ਬਸ ਇਹ ਨਹੀਂ ਪਤਾ ਫਿਰ ਉਹਨੂੰ ਕਦ ਮਿਲੂਗੀ। ਮੰਨ ਲਿਓ ਉਹਨੂੰ ਅੱਜ ਜਿਵੇਂ 7 ਸਤੰਬਰ ਹੈ ਨਾ, ਵੀ ਉਹਨੂੰ ਕਿਹਾ ਹੋਇਆ ਕਿ 7 ਸਤੰਬਰ ਨੂੰ ਤੈਨੂੰ ਵੀ ਫਾਂਸੀ ਦੀ ਸਜ਼ਾ ਹੋ ਜੂਗੀ, ਬਟ ਉਹਨੂੰ ਫਾਂਸੀ ਹੋਈ ਨਹੀਂ 7 ਸਤੰਬਰ ਨੂੰ, ਉਹ ਫਾਂਸੀ ਰੁਕ ਗਈ। ਠੀਕ ਹੈ, ਹੁਣ ਕਦ ਹੋਊਗੀ ਇਹ ਪਤਾ ਨਹੀਂ, ਬਟ ਕੀ ਹੈ ਥੋੜ੍ਹੇ ਟਾਈਮ ਵਾਸਤੇ ਸਜ਼ਾ ਦੇ ਉੱਤੇ ਕੀ ਹੈ ਥੋੜ੍ਹੇ ਟਾਈਮ ਵਾਸਤੇ ਰੋਕ ਲੱਗ ਗਈ। ਠੀਕ ਹੈ, ਇੱਦਾਂ ਕਰਕੇ ਇਹ 5 ਮਾफ़ ਕਰਨ ਦੀ ਸ਼ਕਤੀਆਂ ਨੇ ਰਾਸ਼ਟਰਪਤੀ। ਦੇਖੋ ਤੁਸੀਂ ਬਸ ਇਹ 5 ਦੇ ਨਾਂ ਯਾਦ ਕਰ ਲਿਓ, ਇੰਨਾ ਬਹੁਤ ਹੈ। ਆਰਟੀਕਲ ਸਭ ਤੋਂ ਮੇਨ ਹੈ ਆਰਟੀਕਲ 72। ਠੀਕ ਹੈ, ਉਸ ਤੋਂ ਬਾਅਦ ਹੈ ਬਈ ਇੱਕ ਹੋਰ ਇੰਪੋਰਟੈਂਟ ਪਾਵਰ ਹੈ ਰਾਸ਼ਟਰਪਤੀ ਦੇ ਕੋਲ, ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ। ਆਰਡੀਨੈਂਸ ਨੂੰ ਆਪਾਂ ਅਧਿਆਦੇਸ਼ ਬੋਲਦੇ ਹਾਂ। ਅਧਿਆਦੇਸ਼ ਜਾਰੀ ਕਰਨ ਦੀ ਸ਼ਕਤੀ ਹੈ ਰਾਸ਼ਟਰਪਤੀ ਦੇ ਕੋਲ। ਆਰਟੀਕਲ 123 ਹੈ ਬਈ, ਸੁਪਰ ਇੰਪੋਰਟੈਂਟ, ਯਾਦ ਰੱਖਣਾ ਹੈ। ਅਧਿਆਦੇਸ਼ ਯਾਨੀ ਆਰਡੀਨੈਂਸ ਹੁੰਦਾ ਕੀ? ਦੇਖੋ ਬਈ ਦੇਸ਼ 'ਚ ਜਿੰਨੇ ਵੀ ਕਾਨੂੰਨ ਬਣਦੇ ਆ ਨਾ, ਉਹ ਕਿੱਥੇ ਬਣਦੇ ਆ? ਪਾਰਲੀਮੈਂਟ 'ਚ, ਹੈ ਨਾ। ਪਾਰਲੀਮੈਂਟ 'ਚ ਹੁੰਦਾ ਕੀ ਹੈ? ਇੱਕ ਰਾਜ ਸਭਾ, ਲੋਕ ਸਭਾ ਅਤੇ ਇੱਕ ਆਪਣਾ ਪ੍ਰੈਜ਼ੀਡੈਂਟ ਹੋ ਹੀ ਗਿਆ, ਹੈ ਨਾ। ਤਾਂ ਜਿੰਨੇ ਵੀ MP ਨੇ, ਪ੍ਰਧਾਨ ਮੰਤਰੀ, ਮੰਤਰੀ, ਉਹ ਸਾਰੇ ਰਾਜ ਸਭਾ ਲੋਕ ਸਭਾ 'ਚ ਹੁੰਦੇ ਨੇ, ਹੈ ਨਾ। ਹੁਣ ਇਹ ਮਿਲ ਕੇ ਸਾਰੇ ਕਾਨੂੰਨ ਜਾਂ ਬਿੱਲ ਵਗੈਰਾ ਪਾਸ ਕਰਦੇ ਨੇ। ਠੀਕ ਹੈ, ਹੁਣ ਇਹ ਹੈ ਜਿਹੜੇ ਇਹ ਤਾਂ ਹੈ ਨਹੀਂ ਕਿ ਬਈ ਇਹ ਸਾਰਾ ਟਾਈਮ ਹੈ, ਸਾਰਾ ਸਾਲ ਇੱਥੇ ਪਾਰਲੀਮੈਂਟ 'ਚ ਬੈਠੇ ਰਹਿੰਦੇ ਨੇ, ਹੈ ਨਾ। ਇਹਨਾਂ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਹੈ, ਸਾਲ 'ਚ 3 ਸੈਸ਼ਨ ਹੁੰਦੇ ਨੇ, ਯਾਨੀ 3 ਵਾਰ ਇਹ ਮਿਲਦੇ ਨੇ। ਜਿਵੇਂ ਇੱਕ ਬਜਟ ਸੈਸ਼ਨ ਹੋ ਗਿਆ, ਇੱਕ ਫਿਰ ਸਮਰ ਸੈਸ਼ਨ ਹੋ ਗਿਆ, ਇੱਕ ਵਿੰਟਰ ਸੈਸ਼ਨ ਹੋ ਗਿਆ, ਹੈ ਨਾ। 6-6 ਹਫ਼ਤਿਆਂ ਵਾਸਤੇ, 1.5-1.5 2-2 ਮਹੀਨੇ ਵਾਸਤੇ ਇਹ ਮਿਲਦੇ ਨੇ। ਫਿਰ ਉੱਥੇ ਹੀ ਇਹ ਸਾਰੇ ਜਿਹੜੇ ਬਿੱਲ ਬੁੱਲ ਇਹਨਾਂ ਨੇ ਬਣਾਉਣੇ ਹੁੰਦੇ ਨਾ, ਉਹ ਬਣਾਉਂਦੇ ਨੇ। ਵਿੱਚ ਦੇ ਟਾਈਮ ਇਹ ਕੀ ਹੈ ਗਾਇਬ ਰਹਿੰਦੇ ਨੇ, ਮਤਲਬ ਆਪਣੇ ਇਲਾਕਿਆਂ 'ਚ ਹੁੰਦੇ ਨੇ। ਠੀਕ ਹੈ ਨਾ, ਸਾਲ 'ਚ 3 ਵਾਰ ਮਿਲਦੇ ਨੇ। ਬਾਕੀ ਇਹ ਜਿਹੜੇ ਸੈਸ਼ਨ ਵਗੈਰਾ ਇਹ ਆਪਾਂ ਅੱਗੇ ਹੀ ਪੜ੍ਹਾਂਗੇ। ਇੰਨਾ ਤੁਸੀਂ ਯਾਦ ਰੱਖੋ ਕਿ ਪਾਰਲੀਮੈਂਟ ਦੇ ਸਾਲ 'ਚ 3 ਸੈਸ਼ਨ ਹੁੰਦੇ ਨੇ, ਯਾਨੀ 3 ਮੀਟਿੰਗਾਂ ਹੁੰਦੀਆਂ ਨੇ, ਜਿਹਦੇ 'ਚ ਸਾਰੇ MP ਰਾਜ ਸਭਾ ਦੇ ਅਤੇ ਲੋਕ ਸਭਾ ਦੇ ਵੀ ਇਕੱਠੇ ਹੁੰਦੇ ਨੇ। ਠੀਕ ਹੈ ਨਾ, ਅਤੇ ਇਕੱਠੇ ਹੋਣ ਤੋਂ ਬਾਅਦ ਫਿਰ ਇਹ ਬਿੱਲ ਵਗੈਰਾ ਇਹਨੇ ਬਣਾਉਂਦੇ ਨੇ। ਵਿੱਚ ਦਾ ਜਿਹੜਾ ਟਾਈਮ ਹੁੰਦਾ ਹੈ, ਠੀਕ ਹੈ ਨਾ, ਇਹ ਹੁੰਦਾ ਹੈ ਰਿਸੈਸ ਟਾਈਮ। ਠੀਕ ਹੈ ਨਾ, ਛੁੱਟੀ ਹੁੰਦੀ ਹੈ, ਰਿਸੈਸ ਟਾਈਮ ਹੁੰਦਾ ਹੈ। ਤਾਂ ਮੰਨ ਲਓ ਰਿਸੈਸ ਟਾਈਮ ਦੇ ਵਿੱਚ, ਹੈ ਨਾ, ਕੋਈ ਅਜਿਹਾ ਇੰਪੋਰਟੈਂਟ ਕੰਮ ਆ ਗਿਆ ਕਿ ਜਿਹਦੇ 'ਤੇ ਬਿੱਲ ਹੈ ਨਾ ਜਿਹੜਾ ਉਹ ਮਤਲਬ ਉਹ ਜਿਹਦੇ 'ਤੇ ਕਾਨੂੰਨ ਹੈ ਨਾ ਉਹ ਬਣਾਉਣਾ ਪੈ ਜਾਊਗਾ, ਐਮਰਜੈਂਸੀ ਪੈ ਗਈ, ਹੈ ਨਾ। ਹੁਣ ਸਾਰਿਆਂ ਨੂੰ ਤਾਂ ਬੁਲਾਇਆ ਨਹੀਂ ਜਾ ਸਕਦਾ ਇੱਕੋ ਟਾਈਮ, ਹੈ ਨਾ। ਤਾਂ ਫਿਰ ਰਾਸ਼ਟਰਪਤੀ ਕੀ ਕਰਦਾ ਹੈ? ਰਾਸ਼ਟਰਪਤੀ ਆਪਣੀ ਮਰਜ਼ੀ ਦੇ ਨਾਲ ਹੀ ਨਾ ਆਰਡੀਨੈਂਸ ਜਾਰੀ ਕਰਦਾ ਹੈ ਅਤੇ ਤੁਰੰਤ ਕੋਈ ਕਾਨੂੰਨ ਬਣਾ ਦਿੰਦਾ। ਠੀਕ ਹੈ ਨਾ, ਸਮਝੋ ਗੱਲ। ਰਾਸ਼ਟਰਪਤੀ ਕੀ ਕਰਦਾ ਹੈ ਜਦੋਂ ਰਿਸੈਸ ਚੱਲਦੀ ਹੁੰਦੀ ਹੈ ਨਾ, ਯਾਨੀ ਇਹ ਸੈਸ਼ਨ ਨੇ ਇਹ ਚੱਲ ਨਹੀਂ ਰਹੇ, ਠੀਕ ਹੈ ਨਾ, ਤਾਂ ਉਹਦੇ ਵਿੱਚ ਜਿਹੜਾ ਟਾਈਮ ਹੈ ਰਿਸੈਸ ਟਾਈਮ, ਉਹਦੇ ਵਿੱਚ ਕੋਈ ਕਾਨੂੰਨ ਬਣਾਉਣ ਦੀ ਜ਼ਰੂਰਤ ਪੈ ਗਈ ਤਾਂ ਰਾਸ਼ਟਰਪਤੀ ਕੀ ਕਰਦਾ ਹੈ? ਆਪਣੇ ਹਿਸਾਬ ਨਾਲ ਹੀ ਆਰਡੀਨੈਂਸ ਜਾਰੀ ਕਰਕੇ ਕਾਨੂੰਨ ਬਣਾ ਦਿੰਦਾ, ਅਤੇ ਉਹ ਕਾਨੂੰਨ ਨਾ ਤੁਰੰਤ ਲਾਗੂ ਹੋ ਜਾਂਦਾ। ਜਿਵੇਂ ਅੱਜ ਰਾਸ਼ਟਰਪਤੀ ਨੇ ਆਰਡੀਨੈਂਸ ਜਾਰੀ ਕਰਿਆ ਤਾਂ ਉਹ ਜਿਹੜਾ ਕਾਨੂੰਨ ਹੈ ਨਾ ਉਹ ਉਸੇ ਟਾਈਮ ਅੱਜ ਤੋਂ ਹੀ ਲਾਗੂ ਹੋ ਜਾਏਗਾ। ਠੀਕ ਹੈ ਨਾ, ਕਲੀਅਰ ਹੈ ਬਈ। ਇਹਨੂੰ ਕਹਿੰਦੇ ਨੇ ਆਰਡੀਨੈਂਸ, ਆਰਟੀਕਲ 123 ਦੇ ਵਿੱਚ ਹੈ। ਫਿਰ ਇਹ ਜਿਹੜਾ ਆਰਡੀਨੈਂਸ ਹੈ ਇਹ ਟੈਂਪਰੇਰੀ ਹੁੰਦਾ ਬਈ। ਇਹ ਨਹੀਂ ਹੈ ਕਿ ਅੱਜ ਰਾਸ਼ਟਰਪਤੀ ਨੇ ਆਰਡੀਨੈਂਸ ਜਾਰੀ ਕਰਿਆ ਅਤੇ ਇਹ ਸਦਾ ਵਾਸਤੇ ਕਾਨੂੰਨ ਬਣ ਗਿਆ, ਨਹੀਂ। ਕਿਉਂਕਿ ਜੇ ਕਾਨੂੰਨ ਬਣਨਾ ਹੈ ਤਾਂ ਉਹ ਰਾਜ ਸਭਾ ਅਤੇ ਲੋਕ ਸਭਾ ਦੋਨਾਂ ਤੋਂ ਵੀ ਮਨਜ਼ੂਰ ਹੋਣਾ ਚਾਹੀਦਾ ਹੈ ਬਈ, ਹੈ ਨਾ। ਕੋਈ ਵੀ ਕਾਨੂੰਨ ਬਣਦਾ ਉਹ ਇਹਨਾਂ ਤਿੰਨਾਂ ਤੋਂ ਮਨਜ਼ੂਰ ਹੋਣਾ ਚਾਹੀਦਾ, ਲੋਕ ਸਭਾ, ਰਾਜ ਸਭਾ ਅਤੇ ਪ੍ਰੈਜ਼ੀਡੈਂਟ, ਤਾਂ ਹੀ ਉਹ ਪਾਰਲੀਮੈਂਟ ਤੋਂ ਮਨਜ਼ੂਰ ਹੋਊਗਾ ਨਾ। ਪਾਰਲੀਮੈਂਟ ਦੇ 3 ਹਿੱਸੇ ਨੇ ਇਹ, ਰਾਸ਼ਟਰਪਤੀ ਵੀ ਪਾਰਲੀਮੈਂਟ ਦਾ ਹਿੱਸਾ ਹੈ, ਰਾਜ ਸਭਾ ਵੀ, ਲੋਕ ਸਭਾ ਵੀ। ਜਦੋਂ ਤਿੰਨਾਂ ਦੀ ਮਨਜ਼ੂਰੀ ਮਿਲਦੀ ਹੈ ਤਦੇ ਕੋਈ ਬਿੱਲ ਵਗੈਰਾ ਪਾਸ ਹੋ ਕੇ ਕਾਨੂੰਨ ਬਣਦਾ ਹੈ, ਲਾ ਬਣਦਾ ਹੈ। ਠੀਕ ਹੈ, ਹੁਣ ਰਾਸ਼ਟਰਪਤੀ ਨੇ ਆਪਣੇ ਵੱਲੋਂ ਆਰਡੀਨੈਂਸ ਜਾਰੀ ਕਰਕੇ ਕਾਨੂੰਨ ਬਣਾਤਾ, ਬਟ ਰਾਜ ਸਭਾ ਅਤੇ ਲੋਕ ਸਭਾ ਦਾ ਕੀ ਚੱਲ ਰਿਹਾ ਸੀ? ਰਿਸੈਸ ਚੱਲ ਰਹੀ ਸੀ। ਹੁਣ ਇਹ ਦੁਬਾਰਾ ਮਿਲਣਗੀਆਂ, ਠੀਕ ਹੈ ਨਾ। ਤਾਂ ਆਰਡੀਨੈਂਸ ਹੈ ਜਿਹੜਾ ਵੀ ਹੈ ਆਰਡੀਨੈਂਸ, ਉਹ 6 ਮਹੀਨੇ ਮੈਕਸੀਮਮ ਰਹਿ ਸਕਦਾ, ਠੀਕ ਹੈ ਨਾ। ਕਿਉਂਕਿ 6 ਮਹੀਨੇ ਤੋਂ ਪਹਿਲਾਂ ਕੋਈ ਨਾ ਕੋਈ ਸੈਸ਼ਨ ਆ ਜਾਊਗਾ। ਹੁਣ ਜਦੋਂ ਇਹ ਸੈਸ਼ਨ ਚੱਲ ਗਿਆ, ਜ਼ਿਆਦਾਤਰ ਜਿਹੜੇ ਸੈਸ਼ਨ ਨੇ ਉਹ 6 ਵੀਕ ਤੱਕ ਹੀ ਚੱਲਦੇ ਨੇ, ਹੈ ਨਾ, ਜ਼ਿਆਦਾਤਰ। ਤਾਂ 6 ਵੀਕ ਦਾ ਟਾਈਮ ਹੋਰ ਮਿਲ ਗਿਆ, ਹੈ ਨਾ। ਬਸ ਇੰਨਾ ਕੁ ਚੱਲ ਸਕਦਾ ਕੋਈ ਵੀ ਆਰਡੀਨੈਂਸ, ਠੀਕ ਹੈ। 6 ਮਹੀਨੇ ਦਾ ਟਾਈਮ ਹੈ। 6 ਮਹੀਨੇ ਤੋਂ ਪਹਿਲਾਂ ਕੋਈ ਨਾ ਕੋਈ ਸੈਸ਼ਨ ਆ ਜਾਊਗਾ, ਭਾਵੇਂ ਬਜਟ ਆ ਜਾਏ, ਸਮਰ ਆ ਜਾਏ, ਵਿੰਟਰ ਆ ਜਾਏ। ਇਹਦੇ ਸੈਸ਼ਨ ਦੇ ਵਿੱਚ ਫਿਰ ਰਾਸ਼ਟਰਪਤੀ ਦਾ ਜਿਹੜਾ ਆਰਡੀਨੈਂਸ ਹੈ ਉਹ ਫਿਰ ਰਾਜ ਸਭਾ ਅਤੇ ਲੋਕ ਸਭਾ ਨੂੰ ਪਾਸ ਕਰਨਾ ਪੈਂਦਾ ਹੈ। ਜੇ ਇਹਨਾਂ ਨੇ ਪਾਸ ਕਰਤਾ, ਰਾਜ ਸਭਾ ਅਤੇ ਲੋਕ ਸਭਾ ਨੇ ਵੀ ਪਾਸ ਕਰਤਾ ਰਾਸ਼ਟਰਪਤੀ ਦਾ ਆਰਡੀਨੈਂਸ, ਤਾਂ ਫਿਰ ਉਹ ਜਿਹੜਾ ਆਰਡੀਨੈਂਸ ਆਇਆ ਸੀ ਉਹ ਪਰਮਾਨੈਂਟਲੀ ਕਾਨੂੰਨ ਬਣ ਗਿਆ। ਜੇ ਇਹਨਾਂ ਨੇ ਨਹੀਂ ਪਾਸ ਕਰਿਆ ਤਾਂ ਆਰਡੀਨੈਂਸ ਤੁਰੰਤ ਖਤਮ ਹੋ ਜਾਊਗਾ, ਠੀਕ ਹੈ ਨਾ। ਜੇ ਰਾਜ ਸਭਾ ਅਤੇ ਲੋਕ ਸਭਾ ਨੇ ਉਹ ਆਰਡੀਨੈਂਸ ਨੂੰ ਪਾਸ ਨਹੀਂ ਕਰਿਆ ਤਾਂ ਆਰਡੀਨੈਂਸ ਕੀ ਹੋ ਜਾਊਗਾ? ਫਿਰ ਉਹ ਰੱਦ ਹੋ ਜਾਊਗਾ ਬਈ। ਕਲੀਅਰ ਹੈ, ਸਮਝਿਓ ਗੱਲ, ਠੀਕ ਹੈ। ਅਤੇ ਜੇ ਕੁਐਸਚਨ ਆ ਜਾਏ ਕਿ ਇੱਕ ਜਿਹੜਾ ਆਰਡੀਨੈਂਸ ਹੈ ਉਹ ਮੈਕਸੀਮਮ ਕਿੰਨੇ ਟਾਈਮ ਤੱਕ ਰਹਿ ਸਕਦਾ, ਤਾਂ 6 ਮਹੀਨੇ ਅਤੇ ਜ਼ਿਆਦਾ ਤੋਂ ਜ਼ਿਆਦਾ 6 ਵੀਕ ਹੋਰ, ਯਾਨੀ 6 ਮਹੀਨੇ 6 ਵੀਕ।
ये 6 वीक किहड़े ने, क्योंकि देखो बई जिहड़ा सैशन है ना, वो सैशन 6 वीक तक लगातार चलता है ज़्यादातर। तो 6 महीने तो ये वाले हो गए विच रिसैस वाले, ठीक है। तो फिर सैशन चल गया, कोई भी सैशन है ना, 6 हफ्ते ये सैशन चलूगा। तो इस ये 6 हफ्ते भी वेट करी जाती है कि क्या पता जिहड़ा ऑर्डीनेंस है उन्होंने राज्य सभा ते लोक सभा पास कर देण, है नी। तो 6 महीने 6 वीक तक वेट करी जाती है। जे पास करता तो वह कानून बन जूगा ऑर्डीनेंस, जे इन्होंने नहीं पास कराया तो वह ऑर्डीनेंस फेल यानी बंद, वो कानून जिहड़े बनाए सी वो खत्म, ठीक है ना। ये हुंदा है अध्यादेश यानी ऑर्डीनेंस। ये याद रखना, ये सिर्फ उस टाइम आऊगा जदों रिसैस चलती होगी, यानी जिहड़ा सैशन है वो नहीं चलता। क्लीयर है बई, ठीक है ना। ओके, नैक्सट है बई आर्टिकल 111। ये की है, राष्ट्रपति है जिहड़ा वो बिल जिहड़े पास होंदे ने है ना, लोक सभा तो राज्य सभा जाते हैं या राज्य सभा तो लोक सभा जाते हैं, दोहां तो पास होने तो बाद बिल जिहड़ा जाता है और प्रेजिडेंट कोल जाता है साइन वास्ते, क्योंकि प्रेजिडेंट के साइन तो बिना कोई भी बिल पास नहीं हो सकता बई, ठीक है ना। तो ये आर्टिकल 11 के विच ओही डिटेल है कि राष्ट्रपति बिल के उत्ते किदां उन्होंने मंजूरी देऊगा, है ना, किदां साइन करूगा, ठीक है ना। देखो राष्ट्रपति को ज़्यादा पावर अपने देश है नहीं बिलों को लैके, है ना, उन्होंने पास करने ही पैंदे, उहदे कोल कोई इन्नी पावर है नहीं, वो बिल नूं वापस कर दूगा, एक बार कर सकता है बस, है ना, एक बार बिल ते साइन करने तो मना कर सकता है, जब सेम बिल दोबारा आ गया तो उन्होंने साइन करने ही पैने हैं, ठीक है। बाकी जी डिटेल है वो अगे पढ़ांगे जो आप बिल पढ़ांगे, फिलहाल नहीं, ठीक है ना। बस वो कोल वीटो पावर है बई, ये डायरैक्ट क्वेश्चन बनता है बई किहदे कोल वीटो पावर होंदी है अपने देश च। राष्ट्रपति कोल है 3 तरह की वीटो है, एक है एब्सोल्यूट वीटो, सस्पेंसिव वीटो ते पॉकेट वीटो। एब्सोल्यूट वीटो की है, जिहड़ा बिल उहदे कोल आया वो उस बिल नूं रिजैक्ट कर सकता है, इहनूं कहते हैं आपां एब्सोल्यूट वीटो। बट याद रखना है वो सारे बिलों नूं रिजैक्ट नहीं कर सकता, वो सिर्फ प्राइवेट बिल नूं रिजैक्ट कर सकता है ते स्टेट बिल नूं। प्राइवेट बिल हुंदा है जिहड़ा कोई MP लेके आ रहा है ना, कोई मंत्री नहीं लेके आ रहा, कोई MP। अगे पढ़ांगे जो आप बिल पढ़ांगे, है ना। इत्थे फिलहाल मैं तुहानूं शॉर्ट च दसदा जिहड़े बिल हुंदे ने, एक तो हुंदे ने गौरमेंट बिल, एक हुंदे ने प्राइवेट, है ना। गौरमेंट बिल वो हुंदा है जिन्हों मिनिस्टर लेके आ रहा है, ठीक है ना। प्राइवेट बिल हुंदा जिन्हों आम मिनिस्टर तो इलावा जिहड़ा MP हुंदा, भावें वो सरकार दा होवे भावें कोई भी होवे, है ना, बस कोई MP जिहड़ा लैके आ रहा है वो प्राइवेट बिल हुंदा, तो वह प्राइवेट बिल नूं भी रिजैक्ट कर सकता है, या स्टेट बिल, जिवें किसी भी स्टेट ने पंजाब हरियाणा ने कोई बिल बना के भेजा वो बिल, है ना, बस ये इन्हां बिलों नूं रिजैक्ट कर सकता है। जे गौरमेंट बिल इहदे कोल आ गया राष्ट्रपति कोल, राष्ट्रपति गौरमेंट बिल नूं रिजैक्ट नहीं कर सकता भाई, ठीक है ना। नैक्सट है सस्पेंसिव वीटो, वो बिल नूं रिटर्न कर सकता है, वापस भेज सकता है, ओनली वन टाइम, एक बार। सेम बिल दोबारा आ गया साइन करने ही पैने आ, ठीक है ना, यानी राष्ट्रपति के पावर 0, कुछ नहीं है उहदे कोल। पॉकेट वीटो, वो बिल नूं होल्ड कर सकता है बई, ठीक है ना। बिल उहदे कोल आया, उन्हें बिल नूं देखिया, जेब च पा लिया, है ना, पॉकेट वीटो, है ना, जेब च पा लिया, कहता चल बाद च देखांगे। ये पॉकेट वीटो हुंदी है। किन्ने टाइम पॉकेट वीटो ला के रख सकता है, कोई लिमिट नहीं है बई, किन्ने भी देर तक वो पॉकेट वीटो ला सकता है, बिल नूं होल्ड कर सकता है, ठीक है। मनी बिल नूं नहीं कर सकता, बाकी अगे पढ़ांगे मनी बिल बारे जो आप बिल पढ़ांगे, ठीक है ना। ये 3 तरह की वीटो ने, ये याद रखनी आपां ने, क्लीयर है। आर्टिकल 111 है ये बई अपने कोल राष्ट्रपतियों की लिस्ट आ गई, है ना, अपने देश के जिन्ने राष्ट्रपति रहे, ठीक है। तो ये इन्हां दे फैक्ट ने, है ना, ये आप देखांगे। बाकी टेन्योर याद रखने की कोई लोड़ नहीं बई, किहड़ा राष्ट्रपति कदों तो कदों तक रहा, है ना, इन्नी की डिटेल ज़्यादा। बाकी हाँ जिहड़ा क्वेश्चन आता ना, कई बार डायरैक्ट सिंपल जिहा क्वेश्चन आ जाता है, देश के 6वें राष्ट्रपति कौन सन, नीलम संजीवा रेड्डी, है ना। देश के 9वें राष्ट्रपति कौन सन, शंकर दयाल शर्मा। देश के 12वें राष्ट्रपति कौन सन, इदां करके आ जाता है, ये याद रखने हैं, ठीक है। तो सब तो पहला देखते हैं डॉक्टर राजेंद्र प्रसाद बई, ये देश के पहले राष्ट्रपति सीगे, फस्ट प्रेजिडेंट, तो वह 2 बार राष्ट्रपति बने हैं बई, 2 बार राष्ट्रपति बनने वाले इकलौते व्यक्ति ने भारत के, ठीक है ना, क्लीयर है। 2 बार बने ने डॉक्टर राजेंद्र प्रसाद। फिर डॉक्टर सर्वपल्ली राधाकृष्णन ये दूसरे सीगे, ये इस तो पहला 2 बार उप राष्ट्रपति सीगे, 2 बार उप राष्ट्रपति बनने तो बाद ये तीजी बार फिर राष्ट्रपति बने हैं, है ना, ये डॉक्टर सर्वपल्ली राधाकृष्णन। थर्ड ने भाई डॉक्टर जाकिर हुसैन। डॉक्टर जाकिर हुसैन देश के पहले मुस्लिम राष्ट्रपति सीगे, फस्ट मुस्लिम प्रेजिडेंट ऑफ इंडिया डॉक्टर जाकिर हुसैन। बट देखो भाई ये 67 तो 69 तक रहे हैं, 2 साल ही रहे हैं, है ना, सिर्फ 2 साल, ठीक है। यानी कि इन्हां दी फिर की हो गई सी, डैथ हो गई सी राष्ट्रपति जदों ये सीगे कार्यकाल के दौरान। तो अपने कार्यकाल के दौरान
ਜਿਨ੍ਹਾਂ ਦੀ ਡੈਥ ਹੋਈ ਹੈ ਉਹ ਪਹਿਲੇ ਵਿਅਕਤੀ ਸੀਗੇ ਡਾਕਟਰ ਜ਼ਾਕਿਰ ਹੁਸੈਨ, ਠੀਕ ਹੈ ਨਾ। ਆਪਣੇ ਕਾਰਜਕਾਲ ਦੇ ਦੌਰਾਨ ਜਿਨ੍ਹਾਂ ਦੀ ਡੈਥ ਹੋਈ ਹੈ ਨਾ ਆਫਿਸ ਦੇ ਦੌਰਾਨ, ਉਹ ਪਹਿਲੇ ਵਿਅਕਤੀ ਸੀਗੇ, ਠੀਕ ਹੈ ਨਾ। ਤੇ ਫਿਰ ਇਸ ਤੋਂ ਬਾਅਦ ਬਣੇ ਹੈ VV ਗਿਰੀ, ਠੀਕ ਹੈ। ਦੇਖੋ ਯਾਰ ਹੁੰਦਾ ਕੀ ਹੈ, ਮੈਂ ਤੁਹਾਨੂੰ ਦੱਸਦਾ, ਜਦੋਂ ਦੇਸ਼ 'ਚ ਰਾਸ਼ਟਰਪਤੀ ਦੀ ਡੈਥ ਹੋ ਜੇ ਫਿਰ ਉਹਦਾ ਕੰਮਕਾਰ ਕੌਣ ਵੇਖੂਗਾ? ਵਾਈਸ ਪ੍ਰੈਜ਼ੀਡੈਂਟ ਦੇਖੂਗਾ। ਤਾਂ ਇਸ ਟਾਈਮ ਵਾਈਸ ਪ੍ਰੈਜ਼ੀਡੈਂਟ ਸੀਗੇ VV ਗਿਰੀ, VV ਗਿਰੀ, ਠੀਕ ਹੈ। ਇਹਨਾਂ ਨੂੰ ਕੰਮਕਾਰ ਦੇਖਣ ਨੂੰ ਕਿਹਾ ਗਿਆ ਹੈ ਨਾ। ਫਿਰ ਇਹਨਾਂ ਨੂੰ ਕੰਮ ਲੱਗਿਆ ਬੜੀਆ ਹੈ ਨਾ, ਕਹਿੰਦੇ ਯਾਰ ਰਾਸ਼ਟਰਪਤੀ ਦਾ ਬੜੀਆ ਕੰਮ ਹੈ। ਇਹ ਕਹਿੰਦੇ ਵੀ ਮੈਨੂੰ ਬਣਾਓ ਰਾਸ਼ਟਰਪਤੀ। ਫਿਰ ਇੱਦਾਂ ਕਿੱਦਾਂ ਬਣਾ ਦਈਏ ਬਈ ਹੈ ਨਾ, ਰਾਸ਼ਟਰਪਤੀ ਦਾ ਇਲੈਕਸ਼ਨ ਲੜ ਕੇ ਬਣਿਆ ਜਾਊਗਾ ਹੈ ਨਾ। ਫਿਰ ਇਹ ਕਹਿੰਦਾ ਵੀ ਠੀਕ ਹੈ ਮੈਂ ਇਲੈਕਸ਼ਨ ਲੜੂੰਗਾ। ਫਿਰ ਇਹਨੇ ਇਹ ਪੋਸਟ ਛੱਡਤੀ, ਇਹਨੇ ਫਿਰ ਇਲੈਕਸ਼ਨ ਲੜਿਆ ਹੈ ਨਾ, ਤਾਂ ਫਿਰ ਇਹ ਬਣਿਆ ਚੌਥਾ ਰਾਸ਼ਟਰਪਤੀ। ਫਿਰ ਜੇ ਰਾਸ਼ਟਰਪਤੀ ਆਪਾਂ ਨੇ ਪੜ੍ਹਿਆ ਨਾ ਕਿ ਜੇ ਰਾਸ਼ਟਰਪਤੀ ਦੀ ਡੈਥ ਹੋ ਜੇ ਉਪ ਰਾਸ਼ਟਰਪਤੀ ਕੰਮਕਾਰ ਦੇਖਦਾ, ਜੇ ਉਪ ਰਾਸ਼ਟਰਪਤੀ ਮਨਾ ਕਰਦੇ ਫਿਰ ਕੌਣ ਦੇਖਦਾ ਕੰਮਕਾਰ? ਚੀਫ ਜਸਟਿਸ ਆਫ ਇੰਡੀਆ ਹੈ ਨਾ। ਤਾਂ ਫਿਰ ਇਸ ਟਾਈਮ ਚੀਫ ਜਸਟਿਸ ਆਫ ਇੰਡੀਆ ਨੇ ਕੰਮਕਾਰ ਦੇਖਿਆ ਸੀਗਾ। ਚੀਫ ਜਸਟਿਸ ਆਫ ਇੰਡੀਆ ਇਸ ਟਾਈਮ ਸੀਗੇ ਮੁਹੰਮਦ ਹਦਾਇਤੁੱਲਾ, ਠੀਕ ਹੈ ਨਾ, ਮੁਹੰਮਦ ਹਦਾਇਤੁੱਲਾ, ਠੀਕ ਹੈ। ਇਹ ਚੀਫ ਜਸਟਿਸ ਸੀਗੇ ਜਿਨ੍ਹਾਂ ਨੇ ਕੰਮਕਾਰ ਦੇਖਿਆ ਸੀਗਾ, ਠੀਕ ਹੈ। ਬਟ ਉਹਨਾਂ ਨੂੰ ਆਪਾਂ ਰਾਸ਼ਟਰਪਤੀ ਨਹੀਂ ਕਹਿ ਸਕਦੇ ਬਾਈ, ਠੀਕ ਹੈ ਨਾ। ਉਹਨਾਂ ਨੇ ਕੰਮਕਾਰ ਦੇਖਿਆ ਨਾ ਕਿ ਉਹ ਰਾਸ਼ਟਰਪਤੀ ਰਹੇ ਨੇ, ਕਲੀਅਰ ਹੈ। ਫਿਰ ਚੌਥੇ ਰਾਸ਼ਟਰਪਤੀ ਬਣੇ ਆਪਣੇ VV ਗਿਰੀ, ਇਹ ਇਲੈਕਸ਼ਨ ਜਿੱਤ ਗਏ ਸੀਗੇ, ਠੀਕ ਹੈ ਨਾ। ਇਹਨਾਂ ਦੇ ਬਾਰੇ 'ਚ ਕੀ ਹੈ, 2 ਵਾਰ ਵੋਟਾਂ ਦੀ ਗਿਣਤੀ ਹੋਈ ਹੈ ਨਾ। ਪਹਿਲੀ ਵਾਰੀ ਜਿੱਤ ਗਏ, ਫਿਰ ਕਹਿੰਦੇ ਨਹੀਂ ਯਾਰ ਕੁਛ ਤਾਂ ਗੜਬੜ ਹੋਈ ਹੈ ਨਾ, ਇਹ ਬੰਦਾ ਜਿੱਤ ਨਹੀਂ ਸਕਦਾ। ਦੁਬਾਰੇ ਫਿਰ ਹੋਈ, ਫਿਰ ਵੀ ਜਿੱਤ ਗਏ, ਠੀਕ ਹੈ ਨਾ। ਤਾਂ VV ਗਿਰੀ 2 ਵਾਰ ਜਿੱਤੇ ਨੇ। ਫਿਰ ਬਈ 5ਵੇਂ ਰਾਸ਼ਟਰਪਤੀ ਡਾਕਟਰ ਫਖਰੂਦੀਨ ਅਲੀ ਹੈ ਨਾ, ਇਹ ਦੇਸ਼ ਦੇ 5ਵੇਂ ਰਾਸ਼ਟਰਪਤੀ ਸੀਗੇ, ਜਾਂ ਤੁਸੀਂ ਕਹਿ ਸਕਦੇ ਹੋ ਸੈਕਿੰਡ ਮੁਸਲਿਮ ਵੀ ਸੀਗੇ ਹੈ ਨਾ। ਇਹ ਦੇਖੋ ਵੀ ਇਹਨਾਂ ਨੇ 5 ਸਾਲ ਰਹਿਣਾ ਸੀ ਪਰ ਇਹ 3 ਸਾਲ ਹੀ ਰਹੇ ਨੇ। ਇਹਨਾਂ ਦੀ ਵੀ ਡੈਥ, ਠੀਕ ਹੈ, ਇਹਨਾਂ ਦੀ ਵੀ ਡੈਥ ਹੋ ਗਈ ਸੀਗੀ। ਤੇ ਫਿਰ ਜੇ ਡੈਥ ਹੋ ਜਾਂਦੀ ਹੈ ਫਿਰ ਵਾਈਸ ਪ੍ਰੈਜ਼ੀਡੈਂਟ ਕੰਮਕਾਰ ਦੇਖਦਾ। ਤਾਂ ਇਸ ਟਾਈਮ ਵਾਈਸ ਪ੍ਰੈਜ਼ੀਡੈਂਟ ਸੀਗੇ VD ਜੱਤਰੀ, ਜਿਨ੍ਹਾਂ ਨੇ ਕੰਮਕਾਰ ਦੇਖਿਆ, ਠੀਕ ਹੈ। ਫਿਰ ਨੈਕਸਟ ਹੈ ਬਈ ਨੀਲਮ ਸੰਜੀਵਾ ਰੈੱਡੀ। ਨੀਲਮ ਸੰਜੀਵਾ ਰੈੱਡੀ ਬਾਰੇ ਕੁਐਸਚਨ ਬਹੁਤ ਆਉਂਦਾ ਬਈ, ਕਿਉਂਕਿ ਜਦੋਂ ਇਹ ਰਾਸ਼ਟਰਪਤੀ ਬਣੇ ਨਾ ਇਹਨਾਂ ਦੇ ਖਿਲਾਫ ਕੋਈ ਹੋਰ ਕੈਂਡੀਡੇਟ ਹੈਗਾ ਹੀ ਨਹੀਂ ਸੀ। ਇਹ ਨਿਰਵਿਰੋਧ ਕੈਂਡੀਡੇਟ ਸੀਗੇ, ਮਤਲਬ ਇਹ ਨਿਰਵਿਰੋਧ ਬਣੇ ਨੇ, ਸਰਵਸੰਮਤੀ ਨਾਲ ਤੁਸੀਂ ਕਹਿ ਸਕਦੇ ਹੋ ਹੈ ਨਾ, ਅਨਅਪੋਜ਼ਡ ਇਲੈਕਟਡ ਹੋਏ ਨੇ। ਇੱਕ ਕੁਐਸਚਨ ਡਾਇਰੈਕਟ ਆਉਂਦਾ ਬਈ ਕਿ ਕਿਹੜੇ ਰਾਸ਼ਟਰਪਤੀ ਸੀਗੇ ਜਿਹੜੇ ਅਨਅਪੋਜ਼ਡ ਇਲੈਕਟਡ ਹੋਏ ਨੇ, ਠੀਕ ਹੈ। ਤੇ ਸਭ ਤੋਂ ਯੰਗ ਸੀਗੇ ਬਈ, ਇਹ ਵੀ ਯਾਦ ਰੱਖਣਾ। ਸਭ ਤੋਂ ਯੁਵਾ ਰਾਸ਼ਟਰਪਤੀ ਸੀਗੇ, ਅਨਅਪੋਜ਼ਡ ਚੁਣੇ ਗਏ ਸੀਗੇ, ਕਿਉਂਕਿ ਇਹ ਸੀਗੇ ਲੋਕ ਸਭਾ ਦੇ ਉਸ ਟਾਈਮ ਸਪੀਕਰ। ਜਦੋਂ ਇਹ ਬਣੇ ਲੋਕ ਸਭਾ ਦੇ ਸਪੀਕਰ ਸੀਗੇ, ਠੀਕ ਹੈ ਨਾ। ਉਸ ਤੋਂ ਬਾਅਦ ਹੈ ਬਈ ਗਿਆਨੀ ਜੈਲ ਸਿੰਘ, ਇਹ ਦੇਸ਼ ਦੇ ਪਹਿਲੇ ਸਿੱਖ ਰਾਸ਼ਟਰਪਤੀ ਸੀਗੇ। ਫਿਰ R ਵੈਂਕਟਾ ਰਮਨ 8ਵੇਂ, ਇਹ ਦੇਸ਼ ਦੇ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਸੀਗੇ। ਫਿਰ ਸ਼ੰਕਰ ਦਿਆਲ ਸ਼ਰਮਾ ਸੀਗੇ ਬਈ। ਫਿਰ KR ਨਾਰਾਇਣ ਬਣੇ 10ਵੇਂ, ਇਹ ਦੇਸ਼ ਦੇ ਪਹਿਲੇ ਦਲਿਤ ਰਾਸ਼ਟਰਪਤੀ ਸੀਗੇ, ਇਹ ਵੀ ਯਾਦ ਰੱਖ ਸਕਦੇ ਹੋ ਤੁਸੀਂ। ਫਸਟ ਦਲਿਤ ਪ੍ਰੈਜ਼ੀਡੈਂਟ ਆਫ ਇੰਡੀਆ KR ਨਾਰਾਇਣ। ਉਸ ਤੋਂ ਬਾਅਦ ਵੀ ਡਾਕਟਰ APJ ਅਬਦੁਲ ਕਲਾਮ 2002 ਤੋਂ 2007 ਤੱਕ, ਇਹਨਾਂ ਨੂੰ ਪੀਪਲਸ ਪ੍ਰੈਜ਼ੀਡੈਂਟ ਯਾਨੀ ਲੋਕਾਂ ਦਾ ਰਾਸ਼ਟਰਪਤੀ ਤੇ ਮਿਸਾਈਲ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ ਹੈ। ਫਿਰ ਪ੍ਰਤਿਭਾ ਦੇਵੀ ਸਿੰਘ ਪਾਟਿਲ ਬਣੀ ਹੈ 12ਵੀਂ ਰਾਸ਼ਟਰਪਤੀ, ਇਹ ਫਸਟ ਵੂਮੈਨ ਪ੍ਰੈਜ਼ੀਡੈਂਟ ਸੀਗੀ ਇੰਡੀਆ ਦੀ, ਠੀਕ ਹੈ। ਫਿਰ ਉਸ ਤੋਂ ਬਾਅਦ ਡਾਕਟਰ ਪ੍ਰਣਬ ਮੁਖਰਜੀ ਬਣੇ ਜੀ 2012 ਤੋਂ 17 ਤੱਕ, ਦੇਸ਼ ਦੇ 13ਵੇਂ ਰਾਸ਼ਟਰਪਤੀ। ਇਹ ਫਾਈਨੈਂਸ ਮਿਨਿਸਟਰ ਵੀ ਰਹਿ ਚੁੱਕੇ ਸੀਗੇ, ਠੀਕ ਹੈ ਨਾ। ਤੇ ਹੁਣ ਕੌਣ ਨੇ? ਰਾਮਨਾਥ ਕੋਵਿੰਦ ਨੇ ਬਈ, 14ਵੇਂ ਰਾਸ਼ਟਰਪਤੀ ਨੇ। ਇਹ ਪੁਆਇੰਟ ਯਾਦ ਰੱਖਣਾ ਹੈ ਕਿ 2017 ਤੋਂ ਲੈ ਕੇ ਟਿਲ ਨਾਓ ਤੱਕ ਨੇ, ਹੁਣ ਤੱਕ। ਤੇ ਇਸ ਤੋਂ ਪਹਿਲਾਂ ਇਹ ਬਿਹਾਰ ਦੇ ਗਵਰਨਰ ਵੀ ਸੀਗੇ, ਠੀਕ ਹੈ। ਇਹ ਟੋਟਲ 14 ਦੇ 14 ਰਾਸ਼ਟਰਪਤੀ ਨੇ ਬਈ, ਇਹ ਯਾਦ ਰੱਖਣਾ ਹੈ। ਬਾਕੀ ਇਹਨਾਂ ਦੇ ਸਨ ਯਾਦ ਰੱਖਣ ਦੀ ਕੋਈ ਲੋੜ ਹੈ ਨਹੀਂ, ਠੀਕ ਹੈ, ਕਲੀਅਰ ਹੈ। ਇਹ ਯਾਦ ਰੱਖਣਾ ਕਿ ਪਹਿਲੇ ਕੌਣ ਸੀਗੇ, ਦੂਜੇ ਕੌਣ ਸੀ। ਬਾਕੀ ਇਹ ਜਿਹੜੇ ਤੁਹਾਨੂੰ ਫੈਕਟ ਦੱਸੇ ਨੇ ਇਹ ਫੈਕਟ ਯਾਦ ਰੱਖਣੇ ਆ, ਠੀਕ ਹੈ। ਇਹ ਆਪਾਂ ਨੇ ਪ੍ਰੈਜ਼ੀਡੈਂਟ ਕਰ ਲਿਆ ਬਈ। ਨੈਕਸਟ ਵੀਡੀਓ 'ਚ ਆਪਾਂ ਵਾਈਸ ਪ੍ਰੈਜ਼ੀਡੈਂਟ ਕਰਾਂਗੇ, ਠੀਕ ਹੈ, ਤੇ ਪ੍ਰਾਈਮ ਮਿਨਿਸਟਰ ਕਰਾਂਗੇ ਤੇ ਕਾਉਂਸਿਲ ਆਫ ਮਿਨਿਸਟਰ ਕਰਾਂਗੇ, ਠੀਕ ਹੈ ਨਾ। ਬਾਕੀ ਛੇਤੀ ਆਪਾਂ ਸਾਰੀ ਵੀਡੀਓ ਆਪਾਂ ਕਵਰ ਕਰ ਲਾਂਗੇ ਬਈ, ਜਿੰਨੀ ਜਲਦੀ ਹੋ ਸਕਦਾ ਹੈ। ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਕਿ ਤੁਹਾਨੂੰ ਸੰਵਿਧਾਨ ਜਲਦੀ ਤੋਂ ਜਲਦੀ ਕਰਾ ਦਿਆ ਜਾਏ, ਠੀਕ ਹੈ ਨਾ। ਬਾਕੀ ਯਾਰ PDF ਮੰਗਣਾ ਬੰਦ ਕਰੋ, ਬਾਰ-ਬਾਰ ਤੁਸੀਂ ਪਰਸਨਲ ਮੈਸੇਜ ਕਰਦੇ ਹੋ ਇੰਸਟਾ 'ਤੇ PDF ਬਾਰੇ, ਠੀਕ ਹੈ ਨਾ। ਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਬਾਈ, ਠੀਕ ਹੈ।